ਪੰਕਜ ਸਿਮਰੋ ਅੰਗਦ ਦੂਤ ਅਮਰਦਾਸ ਗੁਰ ਜੀ ਹਿਰਦੈ ਸ੍ਰੀ ਗੁਰੂ ਰਾਮ ਓਕਾਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਗੁਰ ਕਰਮ ਸ੍ਰੀ ਗੁਰੂ ਗੋਬਿੰਦ ਤਰੋਂ ਤਰਾ ਹੁਣ ਬੰਦੋਂ ਬਾਰ ਜਿਸ ਮਹਿ ਅੰਮ੍ਰਿਤ ਗਿਆਨ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦਿ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸਤਿਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਸਪੁਚਾਰ ਕਲ ਕਾਲਤਮ ਉਦਗਨ ਦੰਭ ਸਮਾਜ ਭਏ ਕੁਮੁਦ ਸੇ ਅਨਿਕ ਮਤ ਹਿੰਦ ਮੁਹੰਮਦ ਰਾਜ। ਨਿਸਪੁਚਾਰ ਕਲ ਕਾਲਤਮ ਉਦਗਨ ਦੰਭ ਸਮਾਜ ਭਏ ਕੁਮੁਦ ਸੇ ਅਨਿਕ ਮਤ ਹਿੰਦ ਮੁਹੰਮਦ ਰਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸੰਗਤਾਂ ਵਡਭਾਗੇ ਹੋ। ਬਹੁਤ ਹੀ ਵੱਡੇ ਭਾਗਾਂ ਵਾਲੇ ਹੋ। ਬਹੁਤ ਜ਼ਿਆਦਾ ਵੱਡੇ ਭਾਗ ਨੇ, ਕਿਉਂਕਿ ਦੁਨੀਆ ਦੇ ਉੱਤੇ ਜਿਤਨੇ ਵੀ ਧਰਮ ਨੇ, ਜਿਤਨੇ ਵੀ ਗ੍ਰੰਥ ਨੇ, ਜਿਤਨੇ ਵੀ ਤੀਰਥ ਨੇ, ਉਹਨਾਂ ਸਾਰਿਆਂ ਤੀਰਥਾਂ 'ਤੇ ਦੁਨੀਆ ਜਾਂਦੀ ਹੈ। ਪਰ ਇੱਕ ਸਵਾਲ ਹਰ ਕਿਸੇ ਦੇ ਅੰਦਰ ਹੈ ਕਿ ਤੀਰਥ 'ਤੇ ਜਾ ਕੇ ਮੈਨੂੰ ਕੁਝ ਮਿਲਿਆ ਕਿ ਨਹੀਂ ਮਿਲਿਆ। ਪਰ ਜਦੋਂ ਆਪਾਂ ਗੁਰੂ ਅਰਜਨ ਸਾਹਿਬ ਦੇ ਦਰਬਾਰ 'ਚ ਬਹਿੰਦੇ ਆ ਨਾ, ਉਦੋਂ ਇੱਕ ਸਵਈਆ ਯਾਦ ਕਰਿਆ ਕਰੋ। ਸਾਰਿਆਂ ਨੂੰ ਇਹ ਸਵਈਆ ਯਾਦ ਹੋਵੇ। ਭੱਟ ਸਾਹਿਬਾਨ ਜੀ ਕਹਿੰਦੇ ਨੇ ਕਿ ਧਰਨ ਗਗਨ ਨਵਖੰਡ ਮੈਂ, ਕਹਿੰਦੇ ਜਿੰਨੀ ਵੀ ਧਰਤੀ ਹੈ, ਜਿੰਨਾ ਵੀ ਆਕਾਸ਼ ਹੈ, ਤੇ 9 ਖੰਡ ਜੋਤ ਸਵਰੂਪੀ ਰਹੇ ਉਹ ਭਾਰ। ਕਹਿੰਦੇ ਇਹ ਸਾਰੀ ਜਗ੍ਹਾ ਦੇ ਵਿੱਚ ਇੱਕ ਜੋਤ ਹੈ ਜਿਹੜੀ ਭਰਪੂਰ ਹੋ ਰਹੀ ਹੈ। ਉਹਦੇ ਬਾਬਤ ਅਗਲੀ ਪੰਕਤੀ 'ਚ ਕਹਿੰਦੇ ਭੰਨ ਮਥਰਾ ਕਛ ਭੇਦ ਨਹੀਂ। 11 ਭੱਟ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ,
ਜਿਨ੍ਹਾਂ ਦੇ ਵਿੱਚੋਂ ਭੱਟ ਮਥੁਰਾ ਜੀ ਦਾ ਇਹ ਸਵਈਆ ਹੈ। ਆਖੋ ਧੰਨ ਧੰਨ ਬਾਬਾ ਮਥੁਰਾ ਜੀ। ਸਾਰੇ ਉੱਚੀ ਆਖੋ ਧੰਨ ਧੰਨ ਬਾਬਾ। ਉਹ ਪਤਾ ਕਿਉਂ ਧੰਨ ਹੈ? ਜਿੱਦਾਂ ਤੁਹਾਨੂੰ ਜਗ੍ਹਾ ਮਿਲ ਗਈ ਗੁਰੂ ਦੀ ਸੰਗਤ ਵਿੱਚ, ਉਹਨਾਂ ਨੂੰ ਗੁਰੂ ਦੀ ਗੋਦੀ 'ਚ ਮਿਲ ਗਈ। ਗੁਰੂ ਗ੍ਰੰਥ ਸਾਹਿਬ ਗੋਦੀ ਹੈ, ਇਹਦੇ ਵਿੱਚ ਜਿੰਨੇ ਵੀ ਬੈਠੇ ਹੈ ਸਾਰੇ ਬੰਦਗੀ ਵਾਲੇ ਹੀ ਹੈ। ਤੁਸੀਂ ਵੀ ਜਿੰਨੇ ਬੈਠੇ ਹੋ ਕਰਮਾਂ ਵਾਲੇ, ਨਹੀਂ ਤੇ ਮੱਥਾ ਟੇਕਣਾ ਨਸੀਬ ਨਹੀਂ ਕਿਸੇ ਨੂੰ। 24 ਘੰਟੇ ਦੁਨੀਆ ਤੜਫਦੀ ਕਲਪਦੀ ਹੈ, ਸ਼ਾਂਤੀ ਨਹੀਂ ਕਿਸੇ ਦੇ ਕੋਲੇ, ਕਿਸੇ ਦਾ ਚਿਹਰਾ ਨਹੀਂ ਖੁਸ਼ ਹੈ, ਸਾਰੇ ਦੁੱਖਾਂ ਨਾਲ ਨਪੀੜੇ ਪਏ ਹੈ। ਫੇਰ ਆਖੋ ਧੰਨ ਬਾਬਾ ਮਥੁਰਾ ਜੀ। ਕਮਲਿਓ ਇਹਨਾਂ ਨੂੰ ਧੰਨ ਕਿਹਾ ਕਰੋ, ਜਿਹੜੇ ਆਪਾਂ ਬਣਾਏ 4 ਇੱਟਾਂ ਰੱਖ ਕੇ ਉਹਨਾਂ ਨੂੰ ਸਾਰੇ ਧੰਨ ਕਹੀ ਜਾਂਦੇ। ਧੰਨ ਬਾਬਾ ਚੁੱਲ੍ਹੇ ਸ਼ਾਹ, ਬਾਬਾ ਕੌਲੇ ਸ਼ਾਹ, ਪਤਾ ਨਹੀਂ ਕਿੰਨੇ ਕੁ ਧੰਨ ਬਣਾਤੇ ਜਿਨ੍ਹਾਂ ਦਾ ਕੋਈ ਇਤਿਹਾਸ ਹੀ ਨਹੀਂ। ਇਸ ਕਰਕੇ ਜਿਨ੍ਹਾਂ ਦਾ ਇਤਿਹਾਸ ਹੈ ਨਾ ਉਹ ਧੰਨ ਹੈ। ਧੰਨ ਨੇ 11 ਭੱਟ, ਜਿਨ੍ਹਾਂ ਦੇ ਵਿੱਚੋਂ ਬਾਬਾ ਮਥੁਰਾ ਜੀ ਕਿੰਨੇ ਕੁ ਭਿੱਜੇ ਜਿਨ੍ਹਾਂ ਨੇ ਖੁਦ ਕਹਿ ਦਿੱਤਾ, ਕਹਿੰਦੇ ਦੁਨੀਆ ਦੇ ਲੋਗੋ ਮੈਂ ਉੱਚੀਆਂ ਬਾਹਾਂ ਕਰਕੇ ਕਹਿੰਦਾ ਕਿਸੇ ਨੇ ਰੱਬ ਵੇਖਿਆ? ਕਹਿੰਦੇ ਜੀ ਨਹੀਂ। ਕਹਿੰਦੇ ਮੈਂ ਵੇਖਿਆ। ਕਹਿੰਦੇ ਕਿੱਥੇ ਵੇਖਿਆ? ਕਹਿੰਦੇ ਮੰਜੀ ਸਾਹਿਬ ਬੋਰੀ 'ਤੇ ਬੈਠਾ, ਮੰਜੀ ਸਾਹਿਬ ਬੋਰੀ 'ਤੇ ਬੈਠਾ ਰੱਬ ਵੇਖਿਆ। ਉਹਨਾਂ ਦਾ ਸਵਈਆ ਕਹਿ ਰਿਹਾ ਹੈ, ਕਹਿਣ ਲੱਗੇ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਇੱਥੇ ਬਖਸ਼ਿਸ਼ ਦੇ ਖਜ਼ਾਨੇ ਕੀ ਕਹਿੰਦੇ? ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ। ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਕਹਿੰਦੇ ਇੱਕ ਕਿਸੇ ਵਰਗਾ ਕੋਈ ਹੋਣਾ ਹੋਰ ਗੱਲ ਹੈ। ਜਿੱਦਾਂ ਆਪਾਂ ਕਹਿੰਦਾ ਜੀ ਫਲਾਣੇ ਦਾ ਚਿਹਰਾ ਫਲਾਣੇ ਨਾਲ ਮਿਲਦਾ ਏ, ਫਲਾਣਾ ਮਹਾਂਪੁਰਖ ਹੋਇਆ ਏ, ਫਲਾਣਾ ਸਾਧੂ ਹੋਇਆ ਏ। ਕਿਸੇ ਵਰਗਾ ਹੋਣਾ ਹੋਰ ਗੱਲ ਹੈ, ਪਰ ਕਿਸੇ ਵਰਗੇ ਹੋਣੇ ਤੋਂ ਬਾਅਦ ਉਹੀ ਹੋਣਾ ਹੋਰ ਗੱਲ ਹੈ। ਤੇ ਭੱਟ ਸਾਹਿਬ ਜੀ ਕਹਿੰਦੇ ਵੀ ਮੈਂ ਪ੍ਰਤੱਖ ਵੇਖਿਆ ਹੈ ਵੀ ਦੁਨੀਆ ਦੇ ਲੋਗੋ, ਜੇ ਕਿਸੇ ਨੇ ਪ੍ਰਤੱਖ ਰੱਬ ਦੇ ਦਰਸ਼ਨ ਕਰਨੇ ਨਾ, ਤੇ ਪ੍ਰਤੱਖ ਰੱਬ ਜੀ ਗੁਰੂ ਅਰਜਨ ਸਾਹਿਬ ਮਹਾਰਾਜ। ਭੰਨ ਮਥੁਰਾ ਕਛ ਭੇਦ ਨਹੀਂ, ਕਹਿੰਦੇ ਥੋੜ੍ਹਾ ਜਿੰਨਾ ਵੀ ਭੇਦ ਨਹੀਂ ਰੱਬ ਦੇ ਚਿਹਰੇ ਦੇ ਵਿੱਚ, ਰੱਬ ਦੀ ਬੋਲਣੀ ਦੇ ਵਿੱਚ, ਰੱਬ ਦੀ ਬਹਿਣੀ ਦੇ ਵਿੱਚ ਤੇ ਗੁਰੂ ਅਰਜਨ ਸਾਹਿਬ ਦੇ ਵਿੱਚ। ਤੇ ਆਪਾਂ ਤਾਂ ਬੜੇ ਕਰਮਾਂ ਵਾਲੇ ਹੋਏ ਸਾਰੀ ਸੰਗਤ ਜੀ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪਣੇ ਤਾਂ ਬਹੁਤ ਵੱਡੇ ਭਾਗ ਨੇ, ਕਿਉਂਕਿ ਭਗਤ ਜੀ ਕਹਿੰਦੇ ਰੱਬ ਖੁਦ ਗੁਰੂ ਅਰਜਨ ਸਾਹਿਬ ਹੈ। ਤੇ ਆਪਾਂ ਤੇ ਰੋਜ਼ ਫਿਰ ਰੱਬ ਦੇ ਘਰ ਆ ਕੇ ਬਹਿੰਦੇ, ਰੱਬ ਦੀ ਗੋਦੀ 'ਚ ਤੁਸੀਂ ਰੋਜ਼ ਆ ਕੇ ਬੈਠਦੇ ਹੋ। ਆਓ ਪਿਆਰ ਦੇ ਨਾਲ ਕਥਾ ਸੁਣੀਏ ਗੁਰੂ ਨਾਨਕ ਦੇ ਪ੍ਰਕਾਸ਼ ਦੀ। 2 ਮਿੰਟ ਪ੍ਰੇਮ ਦੇ ਨਾਲ ਜੁੜੋ ਜੀ। ਇੱਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ। ਇੱਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ। ਇੱਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ। ਇੱਕ ਓੰਕਾਰ ਕਰਤਾ ਪੁਰਖ
दर्शन ताई मेरा मन लोचै गुर 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 दर्शन ताई बिलप करे चात्रिक की न्याई 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 मेरा मन लोचै मेरा मन लोचै मेरा मन लोचै वाहिगुरु मेरा मन लोचै गुर दर्शन ताई 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 सच्चे पातशाह किते थोड़े जे दर्शन दे दिओ बड़ी दुनिया वेखी है कदी किते घूम के आए कदी किते पर सकून नहीं आया एक सज्जन मिलिया कहंदा मैं 45 के 46 कंट्रियां घूमिया जिद्दां भाई निर्मल सिंह जी खालसा वो कहंदे 75 आखो वाहिगुरू बड़ा कुछ वेख्या नदियां वेखियां दरिया वेखे झीलां वेखियां बाग वेखे जंगल वेखे पर कहंदे सच है गुरु साहिब जी तेरी संगत वर्गा रस नहीं वेख्या ये तुसीं आप नोट करियो तो बड़े वड्डे भागां नाल संगत मिलदी जिथे मर्जी बंदा चल जे मैं नहीं कहंदा गुरु ग्रंथ साहिब जी मेरे प्यारे कह रहे ने सुख ना ही बहुता धन खाटी बहुत कमरा भर जे पैसों का तो आपां नूं हुण सारिआं नूं इहो ही है भी गरीबी है भी माया खुली आवे महाराज कहंदे कमरे भर जाण ते रोवेंगा कारू हमीद ने 40 गंज जोड़े सी 40 ਉਹਦੇ ਭਰਾ ने 35 ਇਹਨੇ 40 करते कईयां ਇਹ भी लिखिया उन्हें 40 ਇਹਨੇ 45 करते तो महाराज सच्चे पातशाह फिर वलैत गए रोम देश का बादशाह हमीद कारू उत्थे गुरु नानक साहब गए तो उत्थे बूहे ते खड़ो गए तो वो जिहड़ा दरबान सी कहंदा फकीर जी चले जो इत्थों तुहाडे चेहरे बड़े लाल है तुहाडे झोले च की आ साडा बादशाह बड़ा भुखा है जिहड़ा भी झोला लैके आउंदा उहदा झोला ही खोह लैंदा आखो सतनाम वो कहिंदे प्यारिया असीं सुनिया इहने 45 गंज जोड़े तो भुखा क्यों कहिंदे बड़ा भुखा जे ये 45 की तो मरियां दे मूँह चों भी कढ लैंदा मेरे गुरु नानक साहब कहते फिर तो मिल के ही जावांगे हुण कथा विच आ जानी अगे जाके हुण आपां लड़ीवार शुरू करिए। गुरु साहब की सारी सिफत ही बड़े प्यारी है, तुसीं आउणे हो
तो महाराज कहते हुण मिल के ही जाना इन्हां साध संगत जी। इस करके बड़े बड़े जिहड़े गुरु साहिब नूं कहंदे सी जाई ना, जिन्हां लोकां ने कदे नहीं कुछ वेख्या वो भी कहंदे सी महाराज हुण मैनूं छड्ड के ना जाइओ, ते मैं तुहाडे वेंदिआं वेंदिआं 45 गंज जिहड़े ये लंगर ला देने। बाबे नानक ने लोकां दीआं गंढां खलाइयां जाके, कहंदे उल्ली लग चली ओए दिन थोड़े रह गए तुहाडे, इनू खोल दिओ किते। जिद्दां लॉकडाउन होया ना ते कईयां ने कड्ढे ही नहीं, कईयां ने तो बदला लए, ते कई मुड़ के जदों मरे तो उन्होंने संदूखां चों बापू वर्गियां दे आखो वाहिगुरू संदूक खोलिया तो खेसां दरियां दे विचों तय दे विचों 80-80 हज़ार रुपया निकलिया। दरियां दियां तयां 'च 500-500 के नोट। बापू वर्गे दे पता नहीं कित्थों सूम इकट्ठे कर करके है। पखा भी बंद करता, AC भी बंद करता, पानी भी बंद, सारे पासियों हत्थ घुट घुट के जमा कीते ना। बाबा कबीर साहब नूं पता, उन्हें लिखता कहंदे कौडी कौडी जोर कै जोरे लाख। कई ना वेखण नूं लगदे हुंदे उंजी उल्ली दे मारे। पुराणियां नूं मैं वेख्या भी 10 रुपये बीबियां ने इदां पल्ले नाल बद्धे हुंदे ते उन्हां नूं 5 गंढां दित्तियां। किसी ने आख्या इह 'च की है एडा कीमती 5 गंढां, जदों 5 गंढां खोलणियां ते विचों चवानी निकलनी। पहले इदां दे सी है ना। तो इस करके एक भिखारी मरिया तो वही छपरी छुपरी उन्हें साफ की तो थल्लों पता नहीं करोड़ निकल आया। तो ऐसियां भी रूहां हैगियां। महाराज ने उन्होंने बाबत एक पंक्ति लिखी गुरु ग्रंथ साहिब च, कहंदे सूमै धन राखण कौ दिया मुग्ध कहे मेरा। कहंदे जिहड़े सूम बंदे है उन्होंने मैं रखण वास्ते दिता, वरत्या नहीं जाना उन्होंने तो। ये गल सही है, कईयां नूं वरत्या नहीं जाता, पिया ही रह जाता, आप तुर जाते। इदों चंगा भी जे हैगा तो जिन्नी तुहाडे हिम्मत आ कोई लंगर पानी छकाओ, कोई कपड़ा लै दो, हत्थीं दान करया करो। मारे कहंदे पुन्न दान जो बीजदे सब धर्म राए के। तुसीं मुड़ के अगले बन्ने चल जाना, मगरलियां ने किहड़ा तुहाडी सोने की फोटो बना देनी। वो भी महीना खलाउणगे सामने, मुड़ के हौली हौली पहलों लॉबी चों, फिर बरांडे च, फिर कंध ना, फिर हौली हौली संदूक ना। यानी 5 महीनों च फोटो गवाच जाती मरे दी। आखो वाहिगुरू। जे चंगे पैसे हों तो फिर रहिंदी है। आओ साध संगत जी, मेरे पातशाह महाराज नूं आपां तरला लिया, मेरा मन लोचै किदां दी प्यास लैके महाराज तरले लै रहा। बिलप करे चातरिक, कहंदे बंबीहे नूं, कहंदे जिद्दां बंबीहा तड़फदा फिरदा, प्रियो प्रियो करदा, भावें समुंदर भरे पे, दरिया भरे पे, ਉਹਨੂੰ ठंड पैनी ਜਦੋਂ मींह पैंदा, ਉਹਦੇ सिर ਦੇ ਵਿੱਚ ਪਾਣੀ ਪੈਂਦਾ ਹੈ ਤੇ ਫਿਰ ਜਾ ਕੇ ਉਹਨੂੰ ਟਿਕਾਊ ਮਿਲਦਾ ਹੈ। ਬਹੁਤਿਆਂ ਨੇ ਇਹ ਵੀ ਕਿਹਾ ਉਹਦੇ ਗਲੇ 'ਚ ਛੇਕ ਹੈ, ਜਦੋਂ ਇੱਦਾਂ ਪਾਣੀ ਪੀਂਦਾ ਹੈ ਤੇ ਉਹ ਇੱਥੋਂ ਨਿਕਲ ਜਾਂਦਾ ਹੈ। ਸੋ ਜਿਸ ਤਰ੍ਹਾਂ ਵੀ ਕਹਿ ਲਓ, ਚਾਤਰਿਕ ਨੂੰ ਬਾਣੀ ਦੇ ਵਿੱਚ ਬੜਾ ਵਾਰੀ ਜ਼ਿਕਰ ਆਇਆ। ਕਹਿੰਦੇ ਜਿੱਦਾਂ ਬਬੀਹਾ ਤੜਫਦਾ ਫਿਰਦਾ ਨਾ ਬੂੰਦ ਵਾਸਤੇ, ਹੇ ਮੇਰੇ ਗੁਰੂ ਨਾਨਕ ਸਾਹਿਬ ਮੈਂ ਵੀ ਥਾਂ ਥਾਂ 'ਤੇ ਤੜਫਦਾ ਫਿਰਦਾ, ਕਿਤੇ ਦਰਸ਼ਨ ਦੇ ਦੇ। महाराज मैं बड़े थावां ते गया पर मैनू थोड़े जे किते सुपने विच दर्शन। आओ साध संगत जी आखो सतनाम वाहिगुरू साहिब जी, वाहिगुरू साहिब जी। दोहरा निस उचार कल काल तम भाई बाला जी कथा सुना रहे ने गुरु अंगद साहिब जी, गुरु अमरदास बाबा बुढ़ा जी वर्गे सिख, तुहाडे वर्गियां रूहां आखो सतनाम। सारे अपने घरां चों फ्री हो के आए आ। वैसे भी संगत विच उन्हों ही रस आउणा जिहड़ा फ्री आ, ते जिहदा ध्यान घर दे चुल्हे वल्ले मੱਝਾਂ वल्ले आ जां दुकान वल्ले, उहनूं रस नहीं आउणा। ਉਹਨੇ तो वार वार इधर उधर झाकना, तो जोड़ा बिल्कुल फ्री होके आया अपना काम निबेड़ के। महापुरख कहते होंगे सी जे आना है तो अपने गैस पहले ही बंद करके, ये ना हो भी सारी कथा जो ही हो मेरा गैस नहीं चलता रह गया, वो अंदर नूं तोड़ा खोई लगी रहिंदी, ਉਹਦੇ ਨਾਲ गल नहीं बनती। पिछे वाल नहीं जाना, क्योंकि सुरत की खेड है। जे सुरत ही ना लगी तो फिर गैर हाज़र तो हाज़र गैर हो जाते हैं। सो कहते हैं कि गुरु पातशाह महाराज जी का आना होया तो जिहड़ी रात रूपी भैड़ियां रस्मां सी ना लोकां करदे, जिहड़ियां उन्हां रीतां नूं, वो काल दे हनेरे नूं, इन्हां पखंडी तारियां नूं
ਜਦੋਂ ਮਹਾਰਾਜ ਸਾਹਿਬ ਸੱਚ ਦਾ ਚੰਦਰਮਾ ਚੜ੍ਹਿਆ ਤੇ ਇਹ ਸਾਰੇ ਪਖੰਡ, ਝੂਠ, ਹਮਣ, ਇਹ ਜੋ ਵੀ ਲੋਕੀ ਰੀਤੀਆਂ ਕਰਦੇ ਸੀ ਸਾਰੀਆਂ ਦੂਰ ਹੋ ਗਈਆਂ। ਕਹਿੰਦੇ ਜਿਹੜੇ ਪਖੰਡੀ ਲੋਕ ਸਨ, ਭਾਵ ਇੰਦਰ ਦਾ, ਮੁਹੰਮਦ ਦਾ ਰਾਜ, ਕਿਉਂਕਿ ਤੁਰਕਾਂ ਦਾ ਰਾਜ ਸੀ, ਇਹ ਜਿਤਨੇ ਵੀ ਸਾਰੇ ਪਖੰਡ ਕਰਦੇ ਸਨ, ਗਰੀਬਾਂ ਦੇ ਨਾਲ ਧੱਕਾ ਕਰਦੇ ਸਨ, ਇਹਨਾਂ ਸਾਰਿਆਂ ਦਾ ਜਿਹੜਾ ਤੇਜ ਪ੍ਰਤਾਪ ਸੀ ਗੁਰੂ ਨਾਨਕ ਦੇ ਆਉਣ ਦੇ ਨਾਲ ਉਹ ਉਸੇ ਵਕਤ ਹੀ ਖਤਮ ਹੋ ਗਿਆ। ਧੰਨ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਦਾ ਬਾਲ ਅਵਸਥਾ ਦੇ ਵਿੱਚ ਐਸਾ ਸੂਰਜ ਜਿਹੜਾ ਧਰਤੀ ਤੇ ਚੜ੍ਹਨਾ ਕੀਤਾ। ਔਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਤੇਜ ਪ੍ਰਭਾਵ ਹੈ, ਭਾਵ ਮਹਾਰਾਜ ਦਾ ਪ੍ਰਤਾਪ ਬਹੁਤ, ਬੰਦਗੀ ਬਹੁਤ ਹੈ। ਮੇਰੇ ਸਤਿਗੁਰੂ ਜੀ ਦੇ ਵੱਲ ਵੀ ਵੇਖ ਲੈਂਦੇ, ਜਪਜੀ ਸਾਹਿਬ ਪੜ੍ਹਦੇ ਆਪਾਂ, ਜਿਨ ਕੋ ਨਦਰ ਕਰਮ ਤਿਨ ਨਾਨਕ ਨਦਰੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਵੀ ਆਪਣੀ ਨਜ਼ਰ ਪਾ ਦਿੰਦੇ ਸੀ ਤੇ ਉਹਦੀ ਕਾਇਆ ਹੀ ਬਦਲ ਜਾਂਦੀ ਸੀ। ਬਹੁਤ ਮਹਾਰਾਜ ਦੇ ਨਜ਼ਰਾਂ ਦੇ ਵਿੱਚ ਬਖਸ਼ਿਸ਼ ਸੀ। ਅੱਜ ਵੀ ਆਪਾਂ ਆਉਣੇ ਸੰਗਤ ਵਿੱਚ ਇਸੇ ਕਰਕੇ ਵੀ ਕਿਤੇ ਨਜ਼ਰ ਪੈ ਜੇ। ਤਾਂ ਕਬੀਰ ਸਾਹਿਬ ਕਹਿੰਦੇ, ਮੋਹੇ ਮਰਨੇ ਕਾ ਚਾਓ ਮਰੋ ਤੁਹਾਰ ਕੈ ਦਵਾਰ। ਕਹਿੰਦੇ ਤੇ ਪਤਾ ਹੀ ਹੈ ਮੈਨੂੰ ਵਾਹਿਗੁਰੂ ਵੀ ਇੱਕ ਦਿਨ ਸਾਰਿਆਂ ਮਰ ਜਾਣਾ ਹੈ, ਪਰ ਮੈਨੂੰ ਐ ਲੱਗਦਾ ਮੈਂ ਤੇਰਾ ਹੋ ਕੇ ਮਰਾਂ। ਇਹ ਤੇ ਮੈਨੂੰ ਪਤਾ ਵੀ ਵਾਰੀ ਵਾਰੀ ਸਾਰੇ ਤੁਰੇ ਜਾਂਦੇ, ਕਿੰਨੇ ਚਲੇ ਗਏ, ਮੈਂ ਵੀ ਜਾਣਾ ਏ, ਪਰ ਮੈਂ ਤੇਰੇ ਨਾਲ ਜੁੜ ਕੇ ਮਰਾਂ। ਤੇ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ। ਕਹਿੰਦੇ ਜਦੋਂ ਤੂੰ ਨਿਕਲੇ ਆਪਣੇ ਆਸਣ ਤੋਂ ਤੇ ਮੈਂ ਤੇਰਾ ਹੋ ਕੇ ਮਰਾਂ, ਤੇ ਮੇਰੀ ਰੂਹ ਵੱਲ ਵੇਖ ਕੇ, ਸਰੀਰ ਵੱਲ ਵੇਖ ਕੇ ਤੂੰ ਪੁੱਛੇ ਵੀ ਆਹ ਕੌਣ ਪਿਆ ਹੈ। ਕਈ ਵਾਰੀ ਇੱਥੇ ਕੀੜਾ ਮਰ ਜੇ ਜਾਂ ਕੋਈ ਡੱਡੂ ਮਰ ਜੇ, ਆਪਾਂ ਨਿਕਲੀ, ਆਪਾਂ ਕਹਿਣਾ ਜੀ ਆਹ ਕਿੱਦਾਂ ਮਰ ਗਿਆ, ਇਹਨੂੰ ਚੁੱਕੋ। ਉਹ ਸੰਗਤ ਦੀ ਨਜ਼ਰ ਹੀ ਪੈ ਜਾਣੀ ਤੇ ਉਹਦਾ ਭਲਾ ਹੋ ਜਾਣਾ। ਆਖੋ ਸਤਨਾਮ ਸ੍ਰੀ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਖਤ 'ਤੇ ਬੈਠੇ, ਇੱਕ ਸੱਪ ਆਇਆ ਤੇ ਸੰਗਤ ਭੱਜ ਕੇ ਡੰਡਾ ਮਾਰ ਲੱਗੀ। ਮਹਾਰਾਜ ਕਹਿੰਦੇ ਮਾਰਿਓ ਨਾ, ਆ ਲੈਂਦੇ ਹੋ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੰਦੀ ਮਾਰੇ। ਕਹਿੰਦੇ ਨਹੀਂ, ਇਹ ਵਿਚਾਰਾ ਬੜਾ ਦੁਖੀ ਹੈ, ਤੁਹਾਨੂੰ ਕੀ ਪਤਾ। ਹੁਣ ਆਪਾਂ ਸਾਰੇ ਇੱਥੇ ਬੈਠੇ ਹਾਂ, ਕਿਸੇ ਨੂੰ ਕੀ ਪਤਾ ਮੈਂ ਕਿੰਨਾ ਦੁਖੀ, ਤੁਸੀਂ ਕਿੰਨੇ ਕੁ ਦੁਖੀ ਜੇ। ਤਾਂ ਮਹਾਰਾਜ ਕਹਿੰਦੇ ਆਪਣੇ ਅੰਦਰ ਗੁਰਬਾਣੀ 'ਚ ਵੀ ਕਹਿੰਦੇ ਕੌਣ ਜਾਣੈ ਕਿਸੇ ਦੀ ਪੀੜ ਨੂੰ, ਦੂਜੇ ਨੂੰ ਕੀ ਪਤਾ। ਲੋਕੀ ਤਾਂ ਕੱਪੜੇ ਚਿਹਰੇ ਵੇਖ ਕੇ ਕਹਿੰਦੇ ਬੜਾ ਖੁਸ਼ ਹੈ। ਤੋ ਇਸ ਕਰਕੇ ਉਹ ਸਾਰੇ ਕਹਿੰਦੇ ਮਹਾਰਾਜ ਕਹਿੰਦੇ ਬੜਾ ਦੁਖੀ ਜੇ, ਇਹਨੂੰ ਆ ਲੈਣ ਦਿਓ। ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਤਖਤ 'ਤੇ ਬੈਠੇ, ਉਹ ਸੱਪ ਸਿੱਧਾ ਹੀ ਆਇਆ ਤੇ ਆਉਂਦਿਆਂ ਹੀ ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਜਿਹੜੇ ਸੀ, ਬੜੇ ਸੁੰਦਰ ਚਰਨ ਸੀ, ਤਖਤ 'ਤੇ ਬੈਠੇ ਸੀ, ਜੋੜਾ ਨਹੀਂ ਸੀ ਚਰਨਾਂ 'ਚ। ਮਹਾਰਾਜ ਦੇ ਚਰਨ ਜੋੜੇ ਤੋਂ ਬਾਹਰ ਸੀ ਤੇ ਉਹਨੇ ਆਪਣੀ ਜੀਭ ਮਹਾਰਾਜ ਦੇ ਚਰਨ ਨੂੰ ਲਾਈ। ਤੇ ਇਤਿਹਾਸ ਲਿਖਣ ਵਾਲੇ ਨੇ ਲਿਖਿਆ ਕਿ ਜਦੋਂ ਮਹਾਰਾਜ ਦੇ ਚਰਨ ਨੂੰ ਉਹਨੇ ਮੁੱਖ ਲਾਇਆ ਨਾ, ਤੇ ਉਹਦਾ ਸਰੀਰ ਜਿਹੜਾ ਸੀ ਉਹ ਫਟ ਗਿਆ, ਸੱਪ ਦੀ ਮੌਤ ਹੋ ਗਈ ਤੇ ਉਹਦੇ ਸਰੀਰ ਦੇ ਵਿੱਚੋਂ ਕੀੜਿਆਂ ਦਾ ਢੇਰ ਲੱਗ ਗਿਆ। ਪਰ ਉਹ ਕੀੜੇ ਪਹਿਲਾਂ ਨਹੀਂ ਸੀ ਦੀਦੇ, ਜਦੋਂ ਆਇਆ ਸੀ ਕਿਸੇ ਨੂੰ ਨਹੀਂ ਦੀਦੇ। ਹੁਣ ਆਪਣੇ ਅੰਦਰ ਕੀ ਹੁੰਦਾ, ਕਿੰਨੀ ਕੁ ਪੀੜ ਹੈ। ਲੋਕੀ ਤਾਂ ਇਹੋ ਵੇਂਦੇ, ਇਹਦਾ ਪਰਸ, ਇਹਦਾ ਚਿਹਰਾ, ਇਹਦੇ ਲੀੜੇ, ਇਹ ਬੜਾ, ਮੈਂ ਇਹ ਪੱਕੀ ਧਾਰੀ ਜੀ, ਮੈਂ ਬੜਿਆਂ ਨੂੰ ਨਾ ਜਿਨ੍ਹਾਂ ਨਾਲ ਮੇਰਾ ਨਹੀਂ ਪ੍ਰੇਮ ਹੁੰਦਾ, ਪਹਿਲੀ ਵਾਰੀ ਮੁਲਾਕਾਤ ਹੁੰਦੀ ਉੱਦਾਂ ਮਿਲੀਦਾ ਤੇ ਮਨ 'ਚ ਸੋਚੀਦਾ ਵੀ ਇਹ ਬੜੇ ਸੌਖੇ ਲੱਗਦੇ, ਇਹ ਗੱਡੀ ਵਧੀਆ ਚਾਹੁੰਦੇ, ਘਰ ਵਧੀਆ ਤੇ ਬੜੇ ਸੋਹਣੇ ਸੁਨੱਖੇ। ਜਦੋਂ ਕਿਤੇ ਇੱਦਾਂ ਪ੍ਰੇਮ ਪੈਂਦਿਆਂ ਇੱਕ ਦੂਜੇ ਨਾਲ ਬੋਲ ਸਾਂਝੇ ਹੁੰਦੇ ਤੇ ਆਖੀ ਦਾ ਮਹਾਰਾਜ ਬਖਸ਼ੀ। ਜਦੋਂ ਅਗਲਾ ਦੱਸਦਾ ਹੈ ਨਾ, ਫਿਰ ਪਤਾ ਲੱਗਦਾ ਵੀ ਆਪਾਂ ਤਾਂ ਹੋਰ ਹੀ ਹਿਸਾਬ ਲਾਇਆ, ਇਹ ਤਾਂ ਬਹੁਤ ਦੁਖੀ ਹੈ। ਇਸ ਕਰਕੇ ਉਹ ਸੱਪ ਉੱਪਰੋਂ ਗੁੰਦਿਆ ਸੀ, ਥੋੜ੍ਹਾ ਜਿਹਾ ਜ਼ਖਮ ਸੀ ਤੇ ਉਹਦੇ ਵਿੱਚ ਕੀੜੇ ਪੈ ਕੇ ਤੇ ਅੰਦਰ ਕੀੜਿਆਂ ਨਾਲ ਭਰ ਗਿਆ। ਅੰਦਰ ਕੀੜੇ ਪੈ ਗਏ, ਉਹ ਮੋਰੀ ਥੋੜ੍ਹੀ ਦੀਦੀ ਸੀ, ਅੰਦਰ ਭਰਿਆ ਸੀ, ਨਾ ਦਿਨੇ ਟੇਕ ਆਉਂਦੀ ਨਾ ਰਾਤ ਨੂੰ। ਜਦੋਂ ਫਿਰ ਉਹਨੇ ਸਰੀਰ ਛੱਡਿਆ ਤੇ ਉਹਦੀ ਚਮੜੀ ਫਟੀ ਤੇ ਪਾਤਸ਼ਾਹ ਦੀ ਸੰਗਤ ਨੂੰ ਪੁੱਛਿਆ, ਮਹਾਰਾਜ ਇਹ ਕੀ ਹੈ। ਪਾਤਸ਼ਾਹ ਨੇ ਉੱਥੇ ਫਿਰ ਉਹਦੀ ਕਥਾ ਵੀ ਸੁਣਾਈ। ਮਹਾਰਾਜ ਕਹਿੰਦੇ ਸਾਡਾ ਸਿੱਖ ਸੀ, ਗੁਰੂ ਘਰ ਦਾ ਮਸੰਦ ਸੀ ਤੇ ਪਹਿਲਾਂ ਬੜੀ ਸੇਵਾ ਕਰਦਾ ਰਿਹਾ ਤੇ ਫਿਰ ਜਦੋਂ ਸੰਗਤ ਨਾਲ ਜੁੜ ਗਈ ਨਾ, ਕਈ ਵਾਰੀ ਸੰਗਤ ਬੰਦੇ ਨੂੰ ਮਾਨ ਦੇ ਦੇ ਤੇ ਦਿਮਾਗ ਵੀ ਖਰਾਬ ਹੋ ਜਾਂਦਾ। ਬਹੁਤਿਆਂ ਦਾ ਹੋਇਆ, ਕੋਈ ਪਾਠ ਕਰਦਾ, ਕਥਾ ਕੀਰਤਨ, ਕੋਈ ਸੇਵਾ ਹੀ ਕਰਦਾ, ਜਦੋਂ ਥੋੜ੍ਹਾ ਜਿਹਾ ਮਾਣ ਮਿਲੇ ਤੇ ਹੰਕਾਰੀ ਹੋ ਜਾਂਦੇ, ਫਿਰ ਕਹਿੰਦੇ ਮੈਂ ਹੀ ਹਾਂ ਸਭ ਕੁਝ।
ਕਹਿੰਦੇ ਵੀ ਇਹ ਵੀ ਪਹਿਲਾਂ ਸੱਚੇ ਤੌਰ 'ਤੇ ਜੁੜਿਆ ਸੀ ਅਤੇ ਮੁੜ ਕੇ ਹੰਕਾਰ ਹੋ ਗਿਆ ਅਤੇ ਵੱਖਰਾ ਡੇਰਾ ਬਣਾ ਲਿਆ। ਆਪ ਹੀ ਬਹਿ ਕੇ ਸ਼ਬਦ ਦੇਣ ਲੱਗ ਪਿਆ, ਸਿੱਧਾ ਹੀ ਮੱਥਾ ਆਪ ਨੂੰ। ਕਹਿੰਦੇ ਫਿਰ ਮਹਾਰਾਜ ਕਹਿੰਦੇ ਮਾਇਆ ਬੜੀ ਇਕੱਠੀ ਕਰ ਲਈ ਇਹਨੇ, ਅੱਜ ਵੀ ਬਾਬਿਆਂ ਕੋਲ ਬਹੁਤ ਆ। ਅਤੇ ਕਹਿੰਦੇ ਵੀ ਜਦੋਂ ਫਿਰ ਮਰਨ ਲੱਗਾ ਨਾ ਅਤੇ ਇਹਦੀ ਜਾਨ ਨਿਕਲਣ ਲੱਗੀ ਅਤੇ ਧਿਆਨ ਸੀ ਵੀ 5 ਗਾਗਰਾਂ ਨੱਪੀਆਂ ਥੱਲੇ। ਅਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਅੰਤ ਸਮੈ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੂਨ ਵਲ ਵਲ ਔਤਰੈ। ਕਹਿੰਦੇ ਸੱਪ ਦੀ ਜੂਨ ਮਿਲਦੀ ਉਸ ਬੰਦੇ ਨੂੰ। ਇਸ ਕਰਕੇ ਨਾ ਪਹਿਲਾਂ ਹੀ ਲੰਗਰ ਲਾ ਦਿਓ, ਆਖੋ ਸਤਿਨਾਮ। ਜਿੱਦਾਂ ਇੱਕ ਮੈਨੂੰ ਮਿਲਿਆ ਪਰਸੋਂ, ਕਹਿੰਦਾ ਬਾਬਾ ਤੇਰਾ ਕੀ ਇਰਾਦਾ ਸਾਰੇ ਤੈਨੂੰ ਨਾ ਦੇ ਦਈਏ। ਕਹਿੰਦੇ ਰੋਜ਼ ਕਥਾ 'ਚ ਕਹਿੰਦੇ ਰਹਿੰਦੇ ਅਸੀਂ ਆਪਣੇ ਲਈ ਰੱਖਣੇ। ਮੈਂ ਕਿਹਾ ਵੀ ਚੰਗੀ ਗੱਲ ਹੈ, ਦੇ ਦਿਓ ਤਾਂ ਵਧੀਆ ਹੀ ਹੈ। ਕਹਿੰਦੇ ਆਹ ਬਾਬੇ ਇੱਦਾਂ ਕਹਿਣਗੇ ਵੀ ਸਾਰੀ ਸਾਨੂੰ ਦੇ ਦਿਓ ਅਤੇ ਆਪ ਨਾ ਰੱਖਿਓ। ਚਲੋ ਕਹਿਣਾ ਵੀ ਚਾਹੀਦਾ, ਖੁਸ਼ ਰਹੋ, ਮਹਾਰਾਜ ਚੜ੍ਹਦੀ ਕਲਾ ਬਖਸ਼ੀ, ਗੁਰੂ ਸਾਹਿਬ ਦੀ ਗੋਦੀ ਹੈ। ਤੋ ਮਹਾਰਾਜ ਦਇਆ ਦੇ ਸਾਗਰ ਕਿਰਪਾ ਕੀਤੀ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਗਤ ਕਹਿੰਦੀ ਫਿਰ ਮਹਾਰਾਜ ਤੁਸੀਂ ਉਧਾਰ ਕਿਉਂ ਕੀਤਾ? ਮਹਾਰਾਜ ਕਹਿੰਦੇ ਮੇਰਾ ਸੀ ਅਤੇ ਮੇਰਿਆਂ ਨੂੰ ਫਿਰ ਮੈਨੂੰ ਹੀ ਸੰਭਾਲਣਾ ਪੈਂਦਾ, ਭਾਵੇਂ ਗਲਤੀ ਕਰ ਗਿਆ ਹੈ ਤਾਂ ਮੇਰਾ ਸੀ। ਆਪਾਂ ਇਸ ਘਰ ਨਾਲ ਜੁੜੇ ਹਾਂ, ਭਾਵੇਂ ਆਪਣੇ ਤੋਂ ਕੋਈ ਨਾ ਕੋਈ ਗਲਤੀ ਹੋ ਜੇ, ਪਰ ਪਿਓ ਪਿਓ ਹੀ ਹੁੰਦਾ, ਮਾਂ ਮਾਂ ਹੀ ਹੁੰਦੀ ਹੈ। ਕਦੇ ਘਰੋਂ ਨਹੀਂ ਕੱਢਦੇ ਬੱਚੇ, ਕਿੰਨੀ ਵੀ ਗਲਤੀ ਕਰ ਲੈਣ। ਮੈਂ ਇਹੋ ਹੀ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਤੂੰ ਸਾਡਾ ਪਿਓ ਹੈ ਅਤੇ ਮਾਤਾ ਗੰਗਾ ਤੂੰ ਸਾਡੀ ਮਾਂ ਹੈ। ਅਸੀਂ ਤੇਰੇ ਘਰ 'ਚ ਬੜੀਆਂ ਗਲਤੀਆਂ ਕਰ ਜਾਂਦੇ, ਸੰਗਤ ਤੋਂ ਵੀ ਹੋ ਜਾਂਦੀਆਂ, ਅਤੇ ਸਾਨੂੰ ਕਿਤੇ ਧੱਕਾ ਨਾ ਦੇ ਦੀ। ਸਾਡੀਆਂ ਨਾ ਚਿਤਾਰਦੇ ਹੋਏ ਗਲਤੀਆਂ ਸਾਨੂੰ ਆਪਣੇ ਗਲ ਦੇ ਨਾਲ ਲਾਉਣਾ ਕਰੋ। ਇਸ ਕਰਕੇ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਭਾਈ ਸਾਹਿਬ ਕਹਿੰਦੇ ਇੰਨਾ ਤੇਜ ਪ੍ਰਤਾਪ ਮੇਰੇ ਸਤਿਗੁਰੂ ਨਾਨਕ ਦੇਵ ਜੀ ਦਾ। ਹਾਂਜੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ ਕਵਲ ਦੇ ਫੁੱਲ ਜਿਹੜੇ ਜਿੱਦਾਂ ਸੂਰਜ ਚੜ੍ਹੇ ਅਤੇ ਖਿੜ ਜਾਂਦੇ ਹੈ, ਇੱਦਾਂ ਜਿਹੜੇ ਬੰਦਗੀ ਵਾਲੇ ਸੰਤ ਮਹਾਂਪੁਰਖ ਸੀ ਨਾ, ਜਿਨ੍ਹਾਂ ਨੂੰ ਥੋੜ੍ਹਾ ਬਹੁਤ ਚਾਨਣ ਸੀ, ਜਿੱਦਾਂ ਗੁਰੂ ਮਹਾਰਾਜ ਪਟਨੇ 'ਚ ਆਏ ਅਤੇ ਭੀਖਮ ਸ਼ਾਹ ਨੂੰ ਪਤਾ ਲੱਗ ਗਿਆ, ਉਹਨੇ ਸਿਜਦਾ ਚੜ੍ਹਦੇ ਨੂੰ ਕਰਤਾ। ਵੈਸੇ ਮੁਸਲਮਾਨ ਲੈਂਦੇ ਨੂੰ ਪੜ੍ਹਦੇ ਹੈ। ਉਹਦੇ ਚੇਲੇ ਕਹਿੰਦੇ ਬਾਬਾ ਠੀਕ ਹੈ, ਅੱਜ ਬਿਮਾਰ ਤਾਂ ਨਹੀਂ ਹੋ ਗਿਆ? ਵੀ ਹਰ ਮੁਸਲਮਾਨ ਲੈਂਦੇ ਨੂੰ ਨਮਾਜ਼ ਪੜ੍ਹਦਾ ਹੈ, ਅੱਜ ਚੜ੍ਹਦੇ ਨੂੰ ਪੜ੍ਹੀ ਜਾਂਦਾ, ਸਿਹਤ ਠੀਕ ਹੈ? ਕਹਿੰਦੇ ਸੱਚ ਪੁੱਛਿਓ ਅਤੇ ਅੱਗੇ ਬਿਮਾਰ ਸੀ, ਠੀਕ ਹੀ ਅੱਜ ਹੋਇਆ। ਆਖੋ ਵਾਹਿਗੁਰੂ। ਕਹਿੰਦੇ ਇੱਧਰ ਕੀ ਹੈ? ਉਹ ਕਹਿੰਦਾ ਸੰਗਤੇ ਜਿਹੜੇ ਅੱਲਾ ਨੂੰ ਮੈਂ ਨਮਾਜ਼ਾਂ ਪੜ੍ਹ ਕੇ ਖੁਸ਼ ਕਰਦਾ ਸੀ, ਉਹ ਅੱਲਾ ਖੁਦ ਧਰਤੀ 'ਤੇ ਆ ਗਿਆ ਮਾਤਾ ਗੁਜਰ ਕੌਰ ਦੇ ਘਰ, ਅਤੇ ਹੁਣ ਮੈਂ ਨਹੀਂ ਰਹਿ ਸਕਦਾ। ਨੰਗੇ ਪੈਰੀਂ ਠਸਕੇ ਤੋਂ ਪਟਨਾ ਸਾਹਿਬ ਨੂੰ ਤੁਰ ਪਿਆ, ਨੰਗੇ ਪੈਰੀਂ। ਪਿਆਰਿਓ ਆਪਾਂ ਤਾਂ ਲਾਗੇ ਰਹਿੰਦੇ, ਘਰ 'ਚ ਗੱਡੀਆਂ ਮੋਟਰਸਾਈਕਲ ਆ ਹੀ ਨਹੀਂ ਹੁੰਦਾ, ਘਰਾਂ 'ਚ ਹੀ ਬੜੇ ਰਹਿੰਦੇ ਹੈ। ਆ ਕਿੱਡਾ ਕੁੰਭ ਲੱਗਾ ਸਤਿਗੁਰੂ ਮਹਾਰਾਜ। ਉੱਦਾਂ ਤੁਸੀਂ ਕਥਾ ਕੀਰਤਨ ਕਰਾਉਣਾ ਹੋਵੇ ਅਤੇ ਤੁਹਾਨੂੰ 10-12 ਹਜ਼ਾਰ ਖਰਚਾ ਕਰਨਾ ਪੈਣਾ, ਫੇਰ ਹੀ ਕਰਾਓਗੇ। ਜੇ ਤੁਸੀਂ ਸਮਾਗਮ ਕਰਾਉਣਾ ਉੱਥੇ 7-8 ਲੱਖ ਰੁਪਈਆ ਲੱਗਦਾ। ਆਹ ਤਾਂ ਫਰੀ ਲੱਗਾ ਕੁੰਭ, ਕੋਈ ਭੇਟਾ ਨਹੀਂ, ਕੋਈ ਕੁਛ ਨਹੀਂ, ਸਿਰਫ ਤੁਸੀਂ ਆਉਣਾ ਹੀ ਹੈ, ਆ ਕੇ ਬਸ ਮਹਾਰਾਜ ਦੇ ਰਸ ਨੂੰ ਸਰਵਣ ਕਰਨਾ ਹੈ। ਇਸ ਕਰਕੇ ਮੇਰੇ ਗੁਰੂ ਅਰਜਨ ਸਾਹਿਬ ਨੇ ਫਰੀ ਸੇਵਾ ਲਾਈ ਹੈ ਵੀ ਛਕੀ ਚਲੋ, ਇੱਥੇ ਕੋਈ ਘਾਟਾ ਨਹੀਂ। ਇਸ ਕਰਕੇ ਕਹਿੰਦੇ ਮੇਰੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਅਤੇ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਸੀ ਉਹਨਾਂ ਨੂੰ ਬੜਾ ਚਾਅ ਚੜ੍ਹਿਆ ਹੈ। ਕਹਿੰਦੇ ਜਿਹੜਾ ਉੱਲੂ ਹੁੰਦਾ ਹੈ ਨਾ, ਉੱਲੂ ਨੂੰ ਬੜਾ ਦੁੱਖ ਹੁੰਦਾ ਜਦੋਂ ਸੂਰਜ ਚੜ੍ਹਦਾ ਹੈ। ਆਖੋ ਸਤਿਨਾਮ। ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਹੜਾ ਉੱਲੂ ਹੈ ਉਹਨੂੰ ਰਾਤ ਨੂੰ ਦੀਦਾ ਹੈ ਨਾ, ਦਿਨੇ ਨਹੀਂ ਦੀਦਾ। ਕਹਿੰਦੇ ਜਿਹੜਾ ਉੱਲੂ ਹੈ ਉਹਨੂੰ ਸੂਰਜ ਬਹੁਤ ਤੰਗੀ ਦਿੰਦਾ, ਕਿਉਂਕਿ ਉਹਨੂੰ ਦਿਸਣਾ ਹਟ ਜਾਂਦਾ। ਇਸੇ ਤਰ੍ਹਾਂ ਕਵੀ ਜੀ ਉੱਲੂ ਦਾ ਜ਼ਿਕਰ ਕਰਕੇ ਕਹਿੰਦੇ ਜਿਹੜੇ ਦੰਭੀ ਪਖੰਡੀ ਸੀ ਨਾ, ਭਾਵ ਦੁਨੀਆ ਨੂੰ ਮਾੜੇ ਬੰਨੇ ਜਿਨ੍ਹਾਂ ਲਾਇਆ ਸੀ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਭੋਰਾ ਵੀ ਖੁਸ਼ੀ ਨਹੀਂ ਹੋਈ। ਕਿਉਂਕਿ ਜਿਹੜਾ ਬੰਦਾ ਆਪਣਾ ਦੁਕਾਨ ਚਲਾ ਰਿਹਾ, ਆਪਣਾ ਸੌਦਾ ਪੱਤਾ ਚਲਾ ਰਿਹਾ, ਅਤੇ ਜਿਹੜਾ ਸੱਚੀ ਕਥਾ ਕਰੂ ਉਹਨੂੰ ਚੰਗਾ ਥੋੜ੍ਹਾ ਲੱਗਣਾ। ਉਹਨੇ ਕਹਿਣਾ ਜੇ ਲੋਕਾਂ ਨੂੰ ਗਿਆਨ ਆ ਗਿਆ, ਦੁਨੀਆ ਨੂੰ ਚਾਨਣ ਹੋ ਗਿਆ, ਅਤੇ ਇਹਨਾਂ ਮੇਰੇ ਕੋਲ ਆਉਣੋਂ ਹਟ ਜਾਣਾ, ਅਤੇ ਜੇ ਸੰਗਤ ਆਊਗੀ ਅਤੇ ਚੜ੍ਹਾਵਾ ਚੜ੍ਹਾਊਗੀ। ਤੁਹਾਨੂੰ ਮੇਰੇ ਸੱਚੇ ਪਾਤਸ਼ਾਹ ਬਹੁਤਿਆਂ ਦੇ ਇੱਦਾਂ ਹੀ ਕਾਰੋਬਾਰ ਚੱਲ ਰਿਹਾ ਹੈ। ਲੋਕ ਭੋਲੇ ਭਾਲੇ ਵਿਚਾਰੇ, ਖਾਸ ਕਰਕੇ ਬਜ਼ੁਰਗ ਮਾਵਾਂ,
ਲੋਕੀ ਦੁਖੀ ਆ ਘਰੋਂ ਘਰ, ਲੋਕੀ ਮਾੜਾ ਜਿਹਾ ਡਰਾ ਦਿੰਦੇ, ਜਿੱਦਾਂ ਆਮ ਹੀ ਸਿਆਣੇ ਨੇ ਕਹਿਤਾ ਵੀ ਵਾਹਿਗੁਰੂ ਤੁਹਾਡਾ ਤੇ ਨੁਕਸਾਨ ਹੋ ਜਾਣਾ, ਤੁਹਾਡੇ ਤੇ ਬਹੁਤ ਭਾਰਾ ਚੱਕਰ ਕੀਤਾ ਕਿਸੇ ਨੇ। ਉਹ ਵਿਚਾਰੇ ਅੱਗੇ ਹੀ ਦੁਖੀ ਰਹਿੰਦਾ ਖੁੰਦਾ, ਉਦੋਂ ਮਾਰ ਦਿੰਦੇ ਆਖੋ ਸਤਿਨਾਮ। ਜਦੋਂ ਕਹਿੰਦੇ ਤੁਹਾਡੇ ਤੇ ਬਹੁਤ ਕੰਮ ਜੀ ਵਾਹਿਗੁਰੂ, ਮੈਂ ਨਹੀਂ ਹੱਥ ਪਾਉਣਾ। ਮੈਂ ਇਹ ਸਭ ਕੁਝ ਹੱਥੀਂ ਵੇਖਿਆ ਜੀ, ਮਾਫੀ ਦਿਓ। ਮੈਂ ਤਾਂ ਖੁੱਲ੍ਹ ਕੇ ਬੋਲਦਾ, ਮੈਂ 10ਵੀਂ 'ਚ ਪੜ੍ਹਦਾ ਸੀ, ਮੇਰੇ ਮਾਤਾ ਜੀ ਠੀਕ ਨਹੀਂ ਸੀ ਅਤੇ ਕਿਸੇ ਨੇ ਕਹਿਣਾ ਉੱਥੇ ਲੈ ਜਾਓ, ਉੱਥੇ ਲੈ ਜਾਓ, ਅਤੇ ਮੈਂ ਹੰਡਿਆ ਵਰਤਿਆ। ਉਦੋਂ ਅੰਮ੍ਰਿਤ ਨਹੀਂ ਸੀ ਛਕਿਆ, ਅਤੇ ਉਹਨੇ ਸਿਆਣੇ ਨੇ ਪਹਿਲਾਂ ਜਾਂਦਿਆਂ ਕਹਿਣਾ ਅੱਖਾਂ ਜੀਆਂ ਮੀਟ ਕੇ, ਨਹੀਂ ਜੀ ਤੁਹਾਡਾ ਕੰਮ ਬੜਾ ਭਾਰਾ, ਮੈਂ ਨਹੀਂ ਹੱਥ ਪਾਉਣਾ। ਆਖੋ ਵਾਹਿਗੁਰੂ। ਮੈਂ ਤਾਂ ਤੁਹਾਨੂੰ ਸ਼ੇਅਰ ਕਰਦਾ, ਬਾਜੋ ਅਸੀਂ ਬਹਿ ਜਾਣਾ ਅਤੇ ਉਹਨੇ ਕਹਿਣਾ ਜੀ ਨਹੀਂ, ਇਹ ਜਕੜ ਭਾਰਾ ਹੀ ਲਾਇਆ ਕੋਈ ਚੱਕਰ। ਤੁਹਾਡੇ 'ਚ ਵੀ ਕਈ ਜਾਂਦੇ, ਮੈਨੂੰ ਪਤਾ ਨਾ ਹੁੰਦਾ ਇੱਦਾਂ, ਕਹਿੰਦੇ ਨਹੀਂ ਜੀ ਹੱਥ ਨਹੀਂ ਪਾਉਣਾ। ਹੁਣ ਫਿਰ ਜਿਹੜਾ ਲੈ ਕੇ ਗਿਆ ਹੁੰਦਾ, ਅਤੇ ਜਿਹੜਾ ਉਹ ਕਹਿੰਦਾ ਭਾਜੀ ਬਾਬਾ ਜੀ ਦੀ ਮਿਹਨਤ ਕਰੋ, ਇੱਦਾਂ ਨਾ ਕਰਨਾ। ਨਹੀਂ ਨਹੀਂ ਵਾਹਿਗੁਰੂ ਤੁਹਾਡਾ ਕੰਮ ਬੜਾ ਭਾਰਾ, ਸਾਡੇ ਹੱਥੋਂ ਨਹੀਂ, ਤੁਸੀਂ ਹੋਰ ਕਿਤੇ ਚੱਲ ਜਾਓ, ਸਾਨੂੰ ਕੋਈ ਨਹੀਂ, ਜਿੱਥੋਂ ਮਰਜ਼ੀ ਤੁਸੀਂ ਹੱਥ ਹੌਲਾ ਕਰਾਓ। ਇੱਕ ਪੁਆਇੰਟ ਹੁੰਦਾ, ਅਤੇ ਜਿਹੜਾ ਲੈ ਕੇ ਉਹਨੇ ਕਹਿਣਾ ਮਿਹਨਤ ਲਾ ਕਰੋ, ਅਸੀਂ ਤਾਂ ਅੱਗੇ ਗਰੀਬ ਹੈ। ਅਤੇ ਫਿਰ ਉਹਨੇ ਅਗਲੀ ਗੱਲ ਪਤਾ ਕੀ ਕਰਨੀ, ਅਗਲੇ ਵੀਰਵਾਰ ਆਇਓ ਸੋਚਾਂਗੇ। ਫਿਰ ਵਿਚਾਰਿਆਂ ਹਫ਼ਤਾ ਸਾਹ ਸਕਾ ਕੇ ਫਿਰ ਜਾਣਾ, ਕਹਿਣਾ ਵੀ ਕੰਮ ਕਰਾਂਗੇ, ਮੈਂ ਸੁਰਤ ਜੋੜੀ ਸੀ, ਥੋੜ੍ਹਾ ਜਿਹਾ ਪਾ ਲੱਗੂਗਾ। ਮੈਂ ਕਹਿੰਦਾ ਦੁਨੀਆ ਦਾ ਲਹੂ ਨਿਚੋੜਤਾ ਸੰਗਤੇ। ਕਈ ਗੁੱਸਾ ਕਰਕੇ ਕਥਾ 'ਚ ਉੱਠ ਜਾਂਦੇ, ਜਿਹੜੇ ਜਾਂਦੇ ਉਹ ਪਿਆਰਿਓ ਜਿੱਥੇ ਮਰਜੀ ਭੱਜ ਲਾ। ਕਿਉਂ ਲਿਖਿਆ ਗੁਰੂ ਗੋਬਿੰਦ ਸਿੰਘ ਨੇ, ਸਗਲ ਦਵਾਰ ਕੋ ਛਾੜ ਕੇ। ਮਹਾਰਾਜ ਬੜੇ ਬੂਹਿਆਂ 'ਤੇ ਧੱਕੇ ਖਾਧੇ, ਹੁਣ ਮੈਂ ਤੇਰੇ ਘਰ ਆ ਗਿਆ। ਇਹ ਗੱਲ ਠੀਕ ਲੱਗ ਜਾਂਦੀ ਕਈਆਂ ਨੂੰ, ਮਹਾਰਾਜ ਭਲਾ ਕਰੇ। ਮੈਂ ਨਹੀਂ ਕਹਿੰਦਾ ਜਿੱਥੇ ਲੱਗੀ ਕਿਸੇ ਦੀ ਲੱਗੀ ਰਵੇ, ਪਰ ਮੈਂ ਕਹਿੰਦਾ ਆਪਣੀ ਤਾਂ ਹੁਣ ਬਾਪੂ ਤੇਰੇ ਨਾਲ ਹੀ ਹੈ। ਜਿਹਨੂੰ ਮਹਾਰਾਜ ਸਵਈਏ ਸਵੇਰੇ ਪੜ੍ਹਦੇ ਨਾ ਆਪਾਂ, ਵੈਸੇ ਨਿਤਨੇਮ ਜਦੋਂ ਹੁੰਦਾ ਉਦੋਂ ਆਉਂਦਾ ਨਹੀਂ ਕੋਈ ਵੀ, ਆਖੋ ਵਾਹਿਗੁਰੂ। ਇਕੱਲਾ ਬਾਪੂ ਬੈਠਾ ਹੁੰਦਾ ਉੱਥੇ, ਕਿਹਦੇ ਨਾਲ ਹੱਸ ਖੇਡ ਲਈਦਾ। ਨਿਤਨੇਮ ਸਾਰਾ ਹੁੰਦਾ, ਬਾਅਦ 'ਚ ਰੂਹਾਂ ਆਉਂਦੀਆਂ 15-20। ਇਹ ਗੁਰਦੁਆਰੇ ਬਣਾਏ ਆਪਾਂ 5-5 6-6 ਆ, ਅਤੇ ਭਾਈ ਵਿਚਾਰਾ ਇਕੱਲਾ ਹੀ ਕਰ ਕੁਰ ਲੈਂਦਾ ਹੈ ਨਾ, ਸੁਣਦਾ ਤਾਂ ਨਹੀਂ ਕੋਈ। ਮਾਫ ਕਰਿਓ ਜੇ ਬਾਹਰਲੇ ਸਪੀਕਰ ਆ, ਕਈ ਥਾਵਾਂ 'ਤੇ ਲੋਕਾਂ ਬੰਦ ਕਰਾਤੇ। ਕਹਿੰਦੇ ਜੀ ਬੱਚਿਆਂ ਪੜ੍ਹਾਈ ਕਰਨੀ ਹੁੰਦੀ, ਸਟੱਡੀ ਚੱਲਦੀ, ਬਾਬਾ ਕੀ ਡਿੰਗਣ ਲੱਗ ਪੈਂਦਾ ਤੜਕੇ 4 ਵਜੇ। ਅੰਦਰ ਹੀ ਅੰਦਰ ਆਵਾਜ਼ ਰੱਖਿਆ ਕਰੋ। ਬਹੁਤੇ ਥਾਵਾਂ 'ਤੇ ਹੈ। ਤਾਂ ਮੈਂ ਕਈ ਵਾਰੀ ਸੋਚਦਾ ਨਾ ਕਿ ਮਹਾਰਾਜ ਨੇ ਵੰਡਣ ਵਾਸਤੇ ਦਿੱਤਾ ਸੀ ਅਤੇ ਆਪਾਂ ਲੁਕਾ ਲਿਆ। ਅਤੇ ਉਹ ਅੰਦਰ ਹੀ ਅੰਦਰ ਪੜ੍ਹ ਕੇ ਬਾਣੀ, ਅਤੇ ਨਾ ਕਿਸੇ ਨੂੰ ਸੁਣੀ। ਉਹਦੇ ਵਿੱਚ ਆਉਂਦਾ ਸਵਈਆਂ ਦੇ ਵਿੱਚ ਜਦੋਂ ਭੋਗ ਪੈਂਦਾ, ਮਹਾਰਾਜ ਕਹਿੰਦੇ ਕਉ ਬਤਾਨ ਕੋ ਪੂਜਤ ਹੈ ਪਸ। ਕਹਿੰਦੇ ਕਈ ਬੁੱਤਾਂ ਨੂੰ ਪੂਜਨ ਦਾ ਪਸ਼ੂ। ਕਉ ਮਿਰਤਾਨ ਕੋ ਪੂਜਨ ਤਾਇਓ। ਕੋਈ ਕਹਿੰਦੇ ਮਰਿਆਂ ਨੂੰ ਹੀ ਪੂਜੀ ਜਾਂਦਾ, ਵੀ ਜਿੱਥੇ ਕਿਸੇ ਦਾ ਸੰਸਕਾਰ ਹੋਇਆ ਉੱਥੇ ਮਟੀ ਬਣਾਈ ਆ ਅਤੇ ਉੱਥੇ ਹੀ ਮੱਥਾ ਟੇਕੀ ਜਾਂਦਾ। ਮੈਂ ਨਹੀਂ ਕਹਿੰਦਾ, ਗੁਰੂ ਗੋਬਿੰਦ ਸਿੰਘ ਕਹਿ ਰਹੇ ਆ ਜਿਹੜੇ ਨਿਤਨੇਮੀ ਤੁਹਾਡੇ 'ਚ, ਕਹਿੰਦੇ ਕਉ ਮਿਰਤਾਨ ਕੋ ਪੂਜਨ ਤਹਾਇਓ। ਫਿਰ ਅੱਗੇ ਜਾ ਕੇ ਬਾਪੂ ਜੀ ਕਹਿੰਦੇ ਆ, ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ। ਕਹਿੰਦੇ ਲੋਕੀ ਵਿਚਾਰੇ ਕੂੜ ਦੀ ਕਿਰਿਆ 'ਚ ਰੁੱਝੇ, ਰੱਬ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਇਹ ਨਿਤਨੇਮ ਹੈ ਸਾਡਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਸੰਤਾਂ ਨੂੰ ਖੁਸ਼ੀ ਹੋਈ, ਅਤੇ ਜਿਹੜੇ ਪਖੰਡੀ ਦੰਭੀ ਸੀ, ਭਾਵ ਲੋਕਾਂ ਨੂੰ ਡਰਾ ਕੇ ਖਾਣ ਵਾਲੇ ਉੱਲੂਆਂ ਦੀ ਤਰ੍ਹਾਂ, ਕਹਿੰਦੇ ਉਹਨਾਂ ਨੂੰ ਜਿੱਦਾਂ ਉੱਲੂ ਨੂੰ ਸੂਰਜ ਦਾ ਦੁੱਖ ਹੁੰਦਾ ਹੈ, ਕਵੀ ਰਾਜ ਕਹਿੰਦੇ ਇੱਦਾਂ ਜਿਹੜੇ ਪਖੰਡੀ ਸੀ ਉਹਨਾਂ ਨੂੰ ਬਾਬੇ ਨਾਨਕ ਦਾ ਆਉਣਾ ਚੰਗਾ ਨਹੀਂ ਲੱਗਾ। ਕਹਿੰਦੇ ਪਰ ਜਿਹੜੇ ਸਿੱਖ ਸੀ ਨਾ ਅੰਦਰੋਂ ਭਿੱਜੇ, ਉਹਨਾਂ ਨੂੰ ਬੜਾ ਹੀ ਸੁੱਖ ਮਿਲਿਆ, ਬਹੁਤ ਖੁਸ਼ੀ। ਕਿਉਂਕਿ ਜਿਹਨੂੰ ਕੋਈ ਪਸੰਦ ਹੈ ਜਦੋਂ ਆਉਂਦਾ ਉਹਨੂੰ ਖੁਸ਼ੀ ਤਾਂ ਹੁੰਦੀ ਹੈ। ਕੋਈ ਵੀ ਵੇਖੋ ਜੀ ਜਿਹੜੇ ਸੱਚ ਨੂੰ ਪਿਆਰ ਕਰਦੇ, ਜਦੋਂ ਕੋਈ ਸੱਚੀ ਕਥਾ ਸੁਣਾਵੇ ਤਾਂ ਉਹ ਖਿੜ ਜਾਂਦੇ ਆ। ਜਿਹੜਾ ਬੰਦਾ ਝੂਠਾ ਹੁੰਦਾ ਹੈ ਉਹਦਾ ਫਿਰ ਚਿਹਰਾ ਨੀਵਾਂ ਜਿਹਾ ਪੈਂਦਾ ਜਾਂਦਾ, ਵੀ ਉਹਨੂੰ ਦੁੱਖ ਜਿਹਾ ਹੁੰਦਾ, ਇੱਦਾਂ ਹੀ ਹੁੰਦਾ। ਇਸ ਕਰਕੇ ਕਵੀ ਜੀ ਕਹਿੰਦੇ ਜਿਹੜੇ ਮਾੜੇ ਕਰਮਾਂ ਵਾਲੇ ਸੀ ਉਹ ਦੁਖੀ ਹੋਏ, ਅਤੇ ਜਿਹੜੇ ਸਚਿਆਰੇ ਸਿੱਖ ਸੀ ਉਹ ਤਾਂ ਬਹੁਤ ਖੁਸ਼ ਹੋਏ ਹਨ। ਜਗਤ ਪਰਕਾਸੀ। ਹਾਂਜੀ। ਕਹਿੰਦੇ ਜਦੋਂ ਗੁਰੂ ਸਾਹਿਬ ਦੀ ਕਿਰਪਾ ਦੀ ਪ੍ਰਕਾਸ਼ ਦੀ ਕਿਰਨ ਪਈ, ਅਤੇ ਜਿਹੜੇ ਆਲਸੀ ਸੀ ਸਿੱਖ, ਦਲਿੱਦਰੀ ਸੀ, ਭਾਵ 24 ਘੰਟੇ ਵਾਸੀਆਂ ਲਈ ਜਾਣੀਆਂ, ਖਾਈ ਜਾਣਾ, ਮੰਜੇ ਭੰਨੀ ਜਾਣੇ, ਬਾਬੇ ਨਾਨਕ ਦੀ ਰਹਿਮਤ ਨੂੰ ਉਹਨਾਂ ਦੇ ਉੱਤੇ ਜਦੋਂ ਪਿਆ ਅਤੇ ਉਹਨਾਂ ਦੇ ਦਲਿੱਦਰ ਹੀ ਦੂਰ ਹੋ ਗਏ। ਬਹੁਤ ਉਦਮ ਆ ਗਿਆ। ਤੁਸੀਂ ਉਦਮੀ ਆ ਨਾ,
क्योंकि उद्यमी बंदा ही आ सकदा, भज नस के। दलिदरी बंदा तो कहता नहीं अज रैन दी, अज लक जिहा दुखदा, आखो वाहिगुरू। अज शरीर टुट्टी भजी जांदा, अज नहीं जाया जाना गुरुद्वारे। पर जिहड़े उद्यमी हुंदे वो कहंदे उठ पा पानी दे 2 जग ते बस। सवेरे भी इदां ही हुंदा, बस एक बारी जिहड़ा जोर ना उठ के जग 2 पा गया तो ठीक है। जे बस एक बारी मन ने कहता थोड़ा जिहा होर सौं लईए तो बस उत्थे सौ गया। तो इस करके महाराज सच्चे पातशाह का मैं तो शुक्र करदे भी ड्यूटी इदां दी मिली है भी भावें नींद आवे तो भावें ना आवे, भावें चित्त लगे ना लगे, महाराज कन्नों फड़ के कहंदे भी ड्यूटी इदां दी तैनूं करनियों ही पैनी है। तां मैं कहना हुन्ना संगते ग्रंथी ਸਿੰਘਾਂ ਦਾ सत्कार करिया करो जिन्ना भी हो सके। बहुत वड्डी सख्त ड्यूटी, आपां मर्जी है आपां मान लो जॉब ही करदे कोई तो अज सेहत नहीं, आपां फोन करके कह सकते भी अज मेरी छुट्टी ला दिओ। पर जिहड़ा मान लो भावें सेहत भी कुछ नहीं तो सवेरे 4 वजे उदों किन्ने फोन चकना किहड़ा कहूगा भी इस वेले छुट्टी। वो तो महाराज साहब कहंदे आ जा, आउणा ही पैना। इस करके बहुत वड्डी सेवा। तुहाडे बच्चे सुत्ते हुंदे है, एक छोटे छोटे बच्चे कई पाठ करते, किन्नी खुशी हुंदी। वेखो महाराज ने किड्डी उद्यम दिता भी आपां सारे मर्जी अनुसार उठदे, मर्जी अनुसार। ते एक महाराज की किरपा किन्नी, जिन्ना प्यार करिया करो, प्यार दे नाल ही गड्डी गांह नूं तुरदी है। इस करके महाराज साहब जी दे आउणे ने दरिद्र दूर कर दिता। कहंदे सारी सृष्टि नूं ज्ञान पैदा होया, भाव लोकां नूं विचारिਆਂ नूं ज्ञान ही नहीं। बहुती दुनिया इदां ही लुट्टी जांदी, कईयां ने घर लटाले सियाणिਆਂ नूं, खास करके विचारियां भोलियां भालियां भैणां वीर माईयां जो कही जांदे करी जांदियां। घरां दी जखना पुट के रखती, बंदे कमाई करदे उजड़ गए। जो बाहरों आके पुछया भी पैसे, उदों रो के विखाता, कहंदे जी वो तो सियाणे नूं देते सारे। आखो सतनाम। मैं तो आप हैरान हुंदा है भी ग्रंथी बेचारा ड्यूटी लाउण साइकिल ते जांदा, ਉਹਦਾ पजामा पाड़ जांदा चैन चढ़ के। ਜਿਹੜਾ ਗੱਦੀ ਲਾਉਣ वाला ਉਹਦੇ ਕੋਲ लैंड क्रूज़र ਗੱਡੀ है, कित्थों आ गई? आ ਜਿਹੜਾ राम रहीम सी ਇਹ ਦਿਹਾੜੀ वाला बंदा सी, ਇਹਦਾ पिछोकड़ ਕੱਢ के वेखियो, ये चपलां चुपलां साफ करके रोटी खांदा सी। इन्हें डेरा बनाया तो दुनिया ने फिर वेखो सोने दे बैड लाते, सोने का बनाता। सारे इदां ही है। जे मैं किसी की नुकताचीनी तो बिना हुण कई इदां दे है ਜਿਹੜੇ ਹੁਣ ਅੱਜ ਕਹਿੰਦੇ जी गुरु साहब कुछ नहीं, संगत कुछ नहीं। ये गराही करते सी फुलकियां दी साइकिल ते, ते अज इन्हां दे एडे एडे तकड़े गुरु घर बने, ते जहाज ते सोने की एक एक घड़ी 50-50 लाख की पाउंदा है। कारण की है? मेरे बाबे नानक ने खद्दर दा कुर्ता पा के पैरों नंगा होके तत्ता तत्ता कीता, सानू सच्चे बन्ने तोरिया, पर सच्चे नूं कहिंदा कोई नहीं चंगा। तो इस करके जिद्दां कहंदे ना कोई पेड़ा कराउण आया 2 साल पहलां, तो मैं इत्थे बैठा, कहने बाबा जी पेड़ा कर दिओ। मैं आख्या भी किदां? कहंदे भी गां दुध नहीं दिंदी तो पेड़ा करो। मैं आख्या वाहिगुरू इहो जिहा काम नहीं गुरु घर हुंदा हुंदा। तो मैं नां नहीं लैना, तो मैनूं कहंदे तुहाडा फलाना जिहड़ा सिंह है उहने तो करता सी। तो मैं कहा भी उहनूं पुछ लो भी मैं तो नहीं कर सकदा। तो कहंदे भी असीं भेटा भी देवांगे 1100 रुपया, तुसीं पेड़ा कर दिओ। मैं कहा मैं कीता ही कदे नहीं। वो लै गए वापस, तो जिहदा नां लिया ना बंदे दा, मैं उन्होंने मिलिया। मैं कहा भी तुसीं आ भी काम कर लैंदे महाराज साहब दे कोले, पेड़ा करके दिने। मैनूं कहंदा बाबा तू तो कमला, तू तो मूर्ख। मैं कहा की होया? कहंदा एक तू उहदा दिल तोड़िया है, दूजा 1100 रुपया मोड़िया, नाले उन्हें तेन 20 गालां कढ़ियां होणियां। ओह पेड़ा फड़ के ते एक चौपाई साहब पढ़ के उन्होंने दे देंदे, ते नाले उन्हें सीसां देनियां सी, नाले कहना बाबा जी तुहाडा भला होवे। मैं क्या गल तो तेरी ही सही है, पर गुरु ग्रंथ साहिब दे विच कुछ लिखिया। कहंदे की लिखिया? मैं क्या वो सहज पाठ भाई साहब करदी संगत बैठी है, मारे दी पंक्ति आउंदी। मारे कहंदे त्रिग तिन्हां दा जीविया जो लिख लिख विच नाओ। मैं क्या मेरा प्यो तो कहंदा भी जिहड़े महाराज दी बाणी इदां वेचदे फिड़े मूँह उन्हां दी जिंदगी दे, ये नहीं पंक्ति पढ़ी मुड़ के चुप कर गए। सो ऐसी हालत भी कई वारी हुंदी है भी वधिया गल है कि नाले अगला जो खुद अगला लुटना चाहुंदा तो लुटो। तुसीं हुण आपां वां एक तो खपंदा है, सिर दुखन दिया, इन्ना गला पाड़ के है ना। बाबे नानक ने पत्थर खाधे, दुनिया नूं समझाया। बाबे नानक ने लोग पत्थर मारे, जिन्ना लुटिया सी उन्हां नूं लोकां ने सोने च तोलिया। पर मेरे बाबे ने एको गल कही सी, ओए अज सच ना तुरी,
ਜਿੱਦਣ ਬੜੀਆਂ 'ਚ ਪਿਆ ਹੋਵੇਗਾ ਓਏ ਤੇਰੀਆਂ ਪੌਂ 12 ਤੇਰੀ ਦਰਗਾਹ ਦੇ ਵਿੱਚ ਜੈ ਜੈਕਾਰ ਹੋਣੀ ਹੈ। ਤੇ ਅੱਜ ਕੂੜ ਦੇ ਨਾਲ ਜੁੜ ਜਾ, ਕਿਉਂਕਿ ਕੂੜ ਫਿਰੇ। ਅੱਜ ਮਾੜੇ ਬੰਦੇ ਜਿਹੜੇ ਉਹ ਬੜੇ ਆਨੰਦ ਲੈਂਦੇ ਆ, ਤੇ ਧਰਮੀ ਬੰਦੇ ਨੂੰ ਤੇ ਛਿੱਤਰ ਪੈਂਦੇ ਆ। ਪਰ ਮਾਰੇ ਕਹਿੰਦੇ ਇੱਕ ਟਾਈਮ ਹੈ, ਜਾਂ ਤੇ 50-60 ਸਾਲ ਨਜ਼ਾਰੇ ਲੈ ਲੇਗਾ ਤੇ ਜਾਂ ਪੱਕੇ ਹੀ। ਫਿਰ ਜੇ ਅੱਜ ਲੈਣੇ ਆ ਤੇ ਮਾੜੇ ਕੰਮ ਕਰੀ ਜਾ, ਮੁੜ ਕੇ 84 ਲੱਖ 'ਚ ਰੁਲੇਗਾ, ਕੀੜੇ ਪੈ ਜਾਣਗੇ, ਰੂੜੀਆਂ ਦੇ ਉੱਤੇ ਤੁਰਿਆ ਫਿਰੇਗਾ। ਅੱਜ ਪਿਆਰੇ ਦੇ ਬੋਲ ਆਪਣੇ ਹਿਰਦੇ 'ਚ ਥਾਂ ਦੇ ਦੇ। ਹਮਾਰੇ ਸੱਚੇ ਪਾਤਸ਼ਾਹ ਕਹਿੰਦੇ ਲੋਕ ਸੁਖੀਏ ਨਾਨਕ ਹਰ ਪ੍ਰਭ। ਤਾਂ ਕਰਕੇ ਪਤਾ ਨਹੀਂ ਰੱਬ ਨੇ ਦੇ ਲਈ ਇੱਦਾਂ ਦਾ ਪਤਾ। ਇਹੀ ਗੱਲਾਂ ਗੁਰੂ ਨਾਨਕ ਸਾਹਿਬ ਦੇ ਵਿੱਚ ਸੀ। ਪੰਡਤ ਕਹਿੰਦੇ, ਮਲਾਣੇ ਕਹਿੰਦੇ ਬਾਬਾ ਨਾਲੇ ਆਪ ਖਾ ਨਾਲੇ ਸਾਨੂੰ ਖਾਣ ਦੇ। ਕਈ ਅਫਸਰ ਇੱਦਾਂ ਦੇ ਹੁੰਦੇ, ਇਮਾਨਦਾਰ ਡਾਕਟਰ ਇਮਾਨਦਾਰ ਹੁੰਦੇ, ਤੇ ਜਿਹੜਾ ਦੂਜਾ ਸਟਾਫ ਹੁੰਦਾ ਉਹਨਾਂ ਨੂੰ ਬੜਾ ਗੁੱਸਾ ਚੜ੍ਹਦਾ ਵੀ ਇਹਦੀ ਬਦਲੀ ਹੋ ਜੇ, ਇਹ ਤਾਂ ਨਾ ਆਪ ਖਾਂਦਾ ਨਾ ਸਾਨੂੰ ਵੀ ਕੁਝ ਖਾਣ ਦਿੰਦਾ। ਇਮਾਨਦਾਰ ਹੈ। ਬਹੁਤੀਆਂ ਥਾਵਾਂ 'ਤੇ ਇੱਦਾਂ ਦੇ ਆਫਿਸਰ ਆਉਂਦੇ, ਉਹ ਕਹਿੰਦੇ ਨਾ ਰਿਸ਼ਵਤ ਲੈਣੀ ਨਾ ਲੈਣ ਦੇ। ਉਹ ਫਿਰ ਛੇਤੀ ਉਹਨਾਂ ਨੂੰ ਬਦਲਿਆ ਜਾਂਦਾ, ਕਿਉਂਕਿ ਉਹਨਾਂ ਦਾ ਪੈਰ ਨਹੀਂ ਲੱਗਦਾ ਕਿਤੇ ਵੀ। ਕਿਉਂਕਿ ਇੱਦਾਂ ਦੀਆਂ ਰੂਹਾਂ ਹੁੰਦੀਆਂ ਘੱਟ ਹੈ, ਪਰ ਬਾਬੇ ਨਾਨਕ ਦੇ ਘਰੋਂ ਵਰਸਾਈਆਂ ਹੁੰਦੀਆਂ। ਸੱਚੀ ਗੱਲ ਹੈ। ਕਿਸੇ ਦਾ ਪੈਸਾ ਲੈ ਕੇ ਇੱਦਾਂ ਤੇ ਇੱਦਾਂ ਲੱਗਦਾ ਰਹਿੰਦਾ ਜਿਵੇਂ ਅੰਦਰ ਜ਼ਹਿਰ ਆ ਗਿਆ ਹੁੰਦਾ। ਇਹ ਮਹਾਰਾਜ ਸਾਹਿਬ ਸਬਰ ਸੰਤੋਖ ਦੇਵੇ। ਇੱਕ ਸੁੱਕੀ ਰੋਟੀ ਦੇ ਵਿੱਚ ਬੜਾ ਸੁੱਖ, ਨੀਂਦ ਬੜੀ ਗੂੜੀ ਆਉਂਦੀ। ਉੱਦਾਂ ਹੀ ਕਈ ਵਾਰੀ ਕਿਤੇ ਸੰਗਤ ਦਾ ਪੈਸਾ ਵਾਧਾ ਘਾਟਾ ਖਾਧਾ ਜਾਵੇ ਨਾ, ਤੇ ਮੁੜ ਕੇ ਉਹ ਨੀਂਦ ਨਹੀਂ ਆਉਣ ਦਿੰਦਾ, ਬਹੁਤ ਤੰਗ ਕਰਦਾ ਏ। ਵੱਡੇ ਵੱਡੇ ਘਰਾਂ 'ਚ ਮੈਂ ਵੇਖਿਆ ਜਿੱਥੇ ਗਲਤ ਪੈਸਾ ਘਰ 'ਚ ਵਰਤਿਆ ਗਿਆ, ਉਹ ਘਰ ਗਲੇ ਪਏ। ਆਖੋ ਵਾਹਿਗੁਰੂ, ਬਹੁਤ ਔਖਾ ਉਹਨਾਂ ਦਾ। ਤੇ ਜਿੱਥੇ ਮਹਾਰਾਜ ਦੀ ਕਿਰਪਾ ਉੱਥੇ ਦੋ ਪ੍ਰਸ਼ਾਦੇ ਪਿਆਰ ਮੁਹੱਬਤ ਤੇ ਚੜ੍ਹਦੀ ਕਲਾ ਵਰਤਦੀ ਹੈ। ਕਹਿੰਦੇ ਜਿੱਦਾਂ ਰਾਤ ਨੂੰ ਸੁਪਨਾ ਆਉਂਦਾ ਹੈ, ਸੁਪਨਾ ਸਵੇਰੇ ਚਲਾ ਜਾਂਦਾ ਹੈ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਗਿਆਨ ਦਿੱਤਾ ਹੈ। ਤੇ ਜਿਹੜਾ ਅਗਿਆਨ ਸੀ ਉਹ ਸਾਰੀ ਸੰਗਤ ਜੀ ਦੂਰ ਹੋ ਗਿਆ। ਕਹਿੰਦੇ ਧਰਤੀ ਨੂੰ ਫਿਰ ਬੜਾ ਸਕੂਨ ਮਿਲਿਆ ਕਿ ਕੋਈ ਹੈ ਜਿਹੜਾ ਮੈਨੂੰ ਸਹਾਰਾ ਦੇਣ ਵਾਲਾ। ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਗੱਜ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, 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 ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਮਾਰੇ ਸੱਚੇ ਪਾਤਸ਼ਾਹ ਆਪਣੀਆਂ ਨਜ਼ਰਾਂ 'ਚ ਰੱਖਿਓ ਭਾਵੇਂ ਕੁੱਲੀ 'ਚ ਹੀ, ਕੱਚੇ ਕੋਠੇ ਜੀ, ਪਰ ਰੱਖਿਓ ਆਪਣੇ ਕੋਲ। ਵਿਛੋੜਿਓ ਨਾ ਸਤਿਗੁਰੂ, ਕਿਉਂਕਿ ਜਿਹੜੇ ਤੇਰੇ ਤੋਂ ਵਿਛੜ ਗਏ ਰੁੱਲ ਜਾਂਦੇ ਹਨ। ਕਹਿੰਦੇ ਧੰਨ ਮੇਰੇ ਗੁਰੂ ਨਾਨਕ ਸਾਹਿਬ ਬੇਦੀਆਂ ਦੀ ਕੁਲ ਦੇ ਵਿੱਚ ਪ੍ਰਗਟ ਹੋਏ ਹਨ। ਭਾਈ ਬਾਲਾ ਜੀ ਕਹਿੰਦੇ ਮੇਰੇ ਗੁਰੂ ਅੰਗਦ ਸਾਹਿਬ ਜੀ, ਇਹ ਮੈਂ ਕਾਰਨ ਦੱਸਿਆ ਸੰਗਤ ਨੂੰ। ਇਹ ਜਿਹੜੀ ਕਥਾ ਹੋਈ ਹੈ ਨਾ, ਇਹ ਸੰਗਤ ਨੂੰ ਕਾਰਨ ਦੱਸਿਆ ਵੀ ਕਿਹੜੇ ਕਾਰਨ ਕਰਕੇ ਗੁਰੂ ਨਾਨਕ ਸਾਹਿਬ ਨੂੰ ਦੁਨੀਆ 'ਤੇ ਆਉਣਾ ਪਿਆ। ਆਖੋ ਵਾਹਿਗੁਰੂ। ਇਹਨਾਂ ਕਾਰਨਾਂ ਕਰਕੇ ਵੀ ਦੁਨੀਆ 'ਤੇ ਪਾਪ, ਰਿਸ਼ਵਤ, ਧੱਕਾ, ਝੂਠ ਇਹਦਾ ਬਹੁਤ ਵੱਡਾ ਬੋਲਬਾਲਾ ਹੋ ਗਿਆ, ਜਿਸ ਕਰਕੇ ਮਹਾਰਾਜ ਰੱਬ ਨੂੰ ਆਪ ਹੀ ਨਾਨਕ ਦਾ ਸਰੂਪ ਲੈ ਕੇ ਗੁਰੂ ਸਾਹਿਬ ਜੀ ਧਰਤੀ 'ਤੇ ਆਉਣਾ ਪਿਆ। ਧੰਨ ਮੇਰੇ ਸੱਚੇ ਪਾਤਸ਼ਾਹ। ਸਾਰੇ ਆਖੋ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ। ਸੰਗਤੇ ਭੇਜ ਕੇ ਬੋਲਿਆ ਕਰੋ, ਭੇਜ ਕੇ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ। ਸੋ ਮਹਾਰਾਜ ਸੁੱਖਾਂ ਦੇ ਖਾਣ ਨੇ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸੁਖਦਾਏ। ਜਿਹੜਾ ਬੰਦਾ ਕਿੰਨਾ ਵੀ ਦੁਖੀ ਹੋਵੇ ਨਾ, 5 ਵਾਰੀ ਭੇਜ ਕੇ ਗੁਰੂ ਅੰਗਦ ਸਾਹਿਬ ਨੂੰ ਯਾਦ ਕਰੇ ਤੇ ਉਹਨੂੰ ਸੁੱਖ ਮਿਲਦਾ ਹੈ। ਵੈਸੇ ਸੁੱਖ ਕਰਮਾਂ ਦੇ ਹੁੰਦੇ। ਕਿਸੇ ਨੇ ਲਿਖਾਇਆ ਸੀ ਗੱਡੀ ਦੇ ਪਿੱਛੇ ਸੁੱਖ ਕਰਮਾਂ ਦੇ, ਤੇ ਕਰਮ ਕੁਰਮ ਆਪਣੇ ਮਾੜੇ ਹੀ ਹੈ। ਪਰ ਇੱਥੇ ਇੱਕ ਜ਼ਰੂਰ ਹੈ ਵੀ ਗੁਰੂ ਸਾਹਿਬ ਨੂੰ ਜਦੋਂ ਚੇਤੇ ਕਰੀਦਾ ਬੜਾ ਸੁੱਖ ਮਿਲਦਾ। ਭਾਵੇਂ ਥੋੜ੍ਹੇ ਚਿਰ ਲਈ ਮਿਲਦਾ। ਪੱਥਰ ਜਿੰਨਾ ਚਿਰ ਪਾਣੀ ਵਿੱਚ ਉਨਾ ਚਿਰ ਤਾਂ ਭਿੱਜਾ ਏ,
ਬਾਅਦ ਵਿੱਚ ਵੇਖੀ ਜਾਵੇਗੀ। 60 ਕੁ ਮਿੰਟ ਤਾਂ ਇੱਦਾਂ ਲੱਗਦਾ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਸ ਇੱਦਾਂ ਹੀ ਚੜ੍ਹਾਈ ਕਰ ਜੀਏ। ਆਖੋ ਵਾਹਿਗੁਰੂ। ਕਈ ਸੰਗਤਾਂ ਅਰਦਾਸ ਕਰਾਉਣੀ ਆ, ਬਾਬਾ ਜੀ ਅਰਦਾਸ ਕਰੋ ਕਿਤੇ ਕਥਾ ਕੀਰਤਨ ਹੁੰਦਿਆਂ ਹੀ ਕਾਲ ਚਲਾਣੇ ਕਰ ਜੀਏ। ਮੈਂ ਕਿਹਾ ਭਾਈ ਇਹ ਚੀਜ਼ ਵਡਮੁੱਲੀ ਭਾਗਾਂ ਵਾਲਿਆਂ ਨੂੰ ਮਿਲਦੀ, ਮੈਂ ਤਾਂ ਆਪ ਮੰਗ ਲੈਂਦਾ ਹੁੰਦਾ ਕਿ ਸਤਿਗੁਰੂ ਤੇਰੀ ਸਿਫਤ ਸਲਾਹ ਕਰਦਿਆਂ ਹੀ ਕਿਤੇ ਸਮਾਂ ਆ ਜਾਵੇ, ਕਿਉਂਕਿ ਮਹਾਰਾਜ ਉਹਨਾਂ ਨੂੰ ਇਹ ਚਾਨਣ ਬਖਸ਼ਦਾ ਜਿਨ੍ਹਾਂ ਦੇ ਅੰਦਰ ਜਾਗ ਹੈ। ਦੂਜੇ ਜਾਣੇ ਨੂੰ ਕਹਿ ਦਿਓ, ਉਹਨੇ ਕਹਿਣਾ ਮੈਂ ਕੱਲ੍ਹ ਨੂੰ ਆਉਣਾ ਹੀ ਨਹੀਂ, ਉੱਥੇ ਤਾਂ ਬਦਦੁਆਈ ਦੇ ਰਹੇ। ਆਖੋ ਸਤਿਨਾਮ। ਤੂੰ ਮਹਾਰਾਜ ਕਹਿੰਦੇ ਲੈਂਦਾ ਬਦਦੁਆਏ ਤੂੰ ਮਾਇਆ ਕਰੇ ਇਕੱਤ। ਬਦਦੁਆ ਸੰਗਤ ਵਿੱਚ ਨਹੀਂ, ਉਹਨਾਂ ਨੂੰ ਬਦਦੁਆਈ ਮਿਲਦੀਆਂ ਜਿਹੜੇ ਮਾਇਆ ਇਕੱਠੀ ਕਰੀ ਜਾਂਦੇ ਆ। ਬਾਣੀ 'ਚ ਮਹਾਰਾਜ ਕਹਿੰਦੇ ਲੈਂਦਾ ਬਦਦੁਆਏ ਤੂੰ ਮਾਇਆ ਕਰੇ ਇਕੱਤ। ਲੋਕਾਂ ਦੀਆਂ ਜੇਬਾਂ ਨਿਚੋੜ ਕੇ ਘਰ ਨੂੰ ਲਿਆਉਣਾ, ਅਤੇ ਜਿਨ੍ਹਾਂ ਦੇ ਸਮੈਕ ਵੇਚਦਾ ਬੱਚੇ ਮਰ ਗਏ ਬਦਦੁਆਈ ਦਿੰਦੇ ਹੀ। ਇਹ ਤਾਂ ਬਦਦੁਆਈ ਦੀ ਮਾਇਆ ਹੀ। ਜਿਨ੍ਹਾਂ ਦੇ 2 ਨੰਬਰ 'ਚ ਬੱਚੇ ਬਾਹਰ ਭੇਜੇ, ਕਈ ਵਿਚਾਰੇ ਰਾਹ 'ਚ ਮਰ ਗਏ, ਉਹਨੂੰ ਬਦਦੁਆਈ ਦਿੱਤੀਆਂ, ਅਤੇ ਉਹ ਤੇਰੇ ਘਰ 25-30 ਲੱਖ ਆਇਆ, ਜੰਟੀ ਕੀਤੀ, ਤੂੰ ਗੁੱਸਾ ਲੱਗਣਾ, ਪਰ ਤੂੰ ਬਦਦੁਆ ਨਾ ਲਈ ਕਿਸੇ ਦੀ। ਇਹ ਬਦਦੁਆਈ ਲੈ ਕੇ ਬਹਿ ਜਾਂਦੀਆਂ ਏ। ਇਸ ਕਰਕੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ, ਧੰਨ ਭਾਈ ਬਾਲਾ ਜੀ, ਗੁਰੂ ਅੰਗਦ ਸਾਹਿਬ ਜੀ ਸੁੱਖਾਂ ਦੇ ਦਾਤੇ। ਹੁਣ ਮੈਂ ਆਪ ਜੀ ਨੂੰ ਕਾਰਨ ਦੱਸਿਆ ਹੈ, ਹੁਣ ਤੁਹਾਨੂੰ ਮਹਾਰਾਜ ਦੇ ਆਗਮਨ ਦੇ ਬਾਰੇ ਦੱਸਾਂਗਾ। ਭਾਈ ਬਾਲਾ ਜੀ ਕਹਿੰਦੇ ਬਾਰ ਦੇਸ਼ ਆਖਿਆ ਹੈ ਲਹਿੰਦੇ ਪੰਜਾਬ ਨੂੰ, ਪਾਕਿਸਤਾਨ ਤੋਂ। ਕਹਿੰਦੇ ਬਾਰ ਦੇਸ਼ ਸਭ ਦੇਸ਼ ਨਰੇਸ਼ੂ। ਕਹਿੰਦੇ ਸਾਰਿਆਂ ਦੇਸ਼ਾਂ ਤੋਂ ਸੋਹਣਾ ਦੇਸ਼ ਹੈ ਕਿਹੜਾ? ਜਿੱਥੇ ਮੇਰਾ ਨਾਨਕ ਆਇਆ। ਭਾਵੇਂ ਅਮਰੀਕਾ ਕੈਨੇਡਾ ਵਰਗੇ ਦੇਸ਼ ਬੜੇ ਸੋਹਣੇ ਹੈ, ਉੱਥੇ ਨਿੱਕੀ ਨਿੱਕੀ ਬਰਫ਼ ਪੈਂਦੀ ਰਹਿੰਦੀ ਹੈ, ਬੜਾ ਸੋਹਣਾ ਵਾਤਾਵਰਨ, ਉੱਥੋਂ ਦੇ ਕਾਨੂੰਨ ਸੋਹਣੇ ਹੈ। ਪਰ ਨਹੀਂ, ਕਵੀ ਜੀ ਕਹਿੰਦੇ ਕਿਤੇ ਨਾ ਕਿਤੇ ਉੱਥੇ ਵੀ ਲੋਕੀ ਦੁਖੀ ਹੈ, ਉੱਥੇ ਵੀ ਅੰਦਰ ਨਹੀਂ ਖੁਸ਼ ਹੈਗਾ। ਇਸ ਕਰਕੇ ਕਵੀ ਜੀ ਕਹਿ ਰਹੇ ਸਾਰਿਆਂ ਦੇਸ਼ਾਂ ਤੋਂ ਵੱਡਾ ਦੇਸ਼ਾਂ ਦਾ ਰਾਜਾ ਕਿਹੜਾ ਦੇਸ਼? ਬਾਰ ਦੇਸ਼। ਇਹਨੂੰ ਬਾਹਰ ਆਖਿਆ ਜਾਂਦਾ ਹੈ, ਇਹ ਲਹਿੰਦੇ ਪੰਜਾਬ ਦੀ ਧਰਤੀ ਨੂੰ। ਕਹਿੰਦੇ ਉਹ ਪਾਵਨ ਪਵਿੱਤਰ ਧਰਤੀ ਜਿੱਥੋਂ ਦੇ ਪ੍ਰਜਾ ਤੇ ਲੋਕਾਂ ਦੇ ਸਾਰੇ ਦੁੱਖ ਦੂਰ ਹੀ ਕਰ ਦਿੱਤੇ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਨੇ। ਜਿੱਦਾਂ ਫਸਲ ਬੀਜਣ ਤੋਂ ਪਹਿਲਾਂ ਜ਼ਮੀਨ ਬੜੀ ਸੋਹਣੀ ਤਰ੍ਹਾਂ ਜ਼ਿਮੀਂਦਾਰ ਬਣਾ ਦਿੰਦਾ ਹੈ, ਆਖੋ ਵਾਹਿਗੁਰੂ। ਉਹਨੂੰ 2-3 ਵਾਰੀ ਸੀਂ ਲਾ ਕੇ, ਕਾਰ ਲਾ ਕੇ, ਸੁਹਾਗਾ ਮਾਰ ਕੇ, ਪਾਣੀ ਲਾ ਕੇ, ਉਹਦੇ 'ਚ ਸਾਰੇ ਕੱਖ ਸਾਫ਼ ਕਰਕੇ ਵੱਟਾਂ ਪਾ ਕੇ ਫਿਰ ਬੀਜ ਬੀਜਦਾ। ਹੁਣ ਇਹ ਕਵੀ ਜੀ ਸ਼ੁਰੂ ਕੀਤੀ ਕਥਾ ਵੀ ਮਹਾਰਾਜ ਸਾਹਿਬ ਨੇ ਆਗਮਨ ਹੋਣਾ ਏ। ਆਗਮਨ ਤੋਂ ਪਹਿਲਾਂ ਹੀ ਇਹ ਜਿਹੜੀ ਰਾਏ ਭੋਏ ਦੀ ਤਲਵੰਡੀ ਹੈ, ਇਹਨੂੰ ਕਿੱਦਾਂ ਸ਼ਿੰਗਾਰਿਆ ਹੈ। ਪਹਿਲਾਂ ਹੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਹੀ ਇਹ ਚੀਜ਼ਾਂ ਜਿਹੜੀਆਂ ਹੁਣ ਆਪਾਂ ਦਰਸ਼ਨ ਕਰਨੇ ਬੜੀ ਬਰੀਕੀ ਦੇ ਨਾਲ। ਭਾਈ ਸਾਹਿਬ ਜੀ ਕਹਿੰਦੇ ਬਾਰ ਦੇਸ਼ ਸਾਰਿਆਂ ਦੇਸ਼ਾਂ ਦਾ ਧਨ ਦੇਸ਼ ਹੈ। ਉਸ ਧਰਤੀ ਨੂੰ ਸਭ ਤੋਂ ਵੱਡਾ ਰੁਤਬਾ ਮਿਲਿਆ ਹੈ ਜਿੱਥੇ ਰੱਬ ਜੀ ਪ੍ਰਗਟ ਹੋਏ ਹਨ। ਹਾਂਜੀ, ਕਹਿੰਦੇ ਉੱਥੋਂ ਦੀ ਪ੍ਰਜਾ ਦੇ ਪਹਿਲਾਂ ਹੀ ਦੁੱਖ ਦੂਰ ਹੋ ਗਏ। ਮਹਾਰਾਜ ਸਾਹਿਬ ਨੇ ਜੇ ਆਉਣਾ ਹੈ, ਆਖੋ ਵਾਹਿਗੁਰੂ। ਬਹੁਤ ਸੁੰਦਰ ਦੇਸ਼ ਹੈ, ਤੇ ਕਹਿੰਦੇ ਅਰਾਵਤੀ ਨਾਮ ਹੈ ਰਾਵੀ ਦਾ। ਕਹਿੰਦੇ ਉਸ ਪਾਵਨ ਦੇਸ਼ ਦੇ ਇਲਾਕੇ ਦੇ ਵਿੱਚ ਰਾਵੀ ਦਰਿਆ ਵਗਦਾ ਹੈ। ਬੜਾ ਹੀ ਪਵਿੱਤਰ ਦੁੱਧ ਵਰਗਾ ਪਾਣੀ ਹੈ ਜਿਸ ਰਾਵੀ ਦਾ। ਬੜਾ ਪਵਿੱਤਰ ਅਤੇ ਸੁੰਦਰ ਉਹਦੀਆਂ ਲਹਿਰਾਂ ਜਿਹੜੀਆਂ ਹਨ ਨਾਚ ਕਰ ਰਹੀਆਂ ਹਨ। ਕਹਿੰਦੇ ਜਦੋਂ ਰਾਵੀ ਵਗਦੀ ਹੈ ਤੇ ਜਿਹੜੇ ਬੰਦਗੀ ਵਾਲੇ ਨੇ ਉਹ ਦੇਖ ਰਹੇ ਨੇ ਕਿ ਜਦੋਂ ਹਵਾ ਚੱਲਦੀ ਹੈ ਤੇ ਰਾਵੀ ਦੇ ਪਾਣੀ ਦੇ ਨਾਲ ਖਹਿ ਕੇ ਹਵਾ, ਤੇ ਇਹ ਰਾਏ ਭੋਏ ਦੀ ਤਲਵੰਡੀ ਜਿਹੜਾ ਨਗਰ ਹੈ ਇਹਦੇ ਵੱਲ ਨੂੰ ਜਦੋਂ ਆਉਂਦੀ ਹੈ ਰਾਵੀ ਨੂੰ ਚੱਟ ਚੱਟ ਕੇ। ਆਮ ਹੀ ਆਪਣੇ ਪੁਰਾਣੇ ਸਮੇਂ 'ਚ ਹੁੰਦਾ ਸੀ, ਦਰਿਆਵਾਂ 'ਤੇ ਲੋਕ ਰਹਿੰਦੇ ਸੀ ਗਰਮੀ 'ਚ, ਵੀ ਉੱਥੋਂ ਸਮੁੰਦਰਾਂ 'ਤੇ ਲੋਕੀ ਚਲੇ ਜਾਂਦੇ ਨੇ, ਪਹਾੜਾਂ ਵਿੱਚ ਚਲੇ ਜਾਂਦੇ ਨੇ, ਕਿਉਂਕਿ ਗੁਲਾਬ ਦੇ ਕੋਲ ਬਈਏ ਤੇ ਮਹਿਕ ਆਵੇਗੀ, ਕੈਲਾਸ਼ ਪਰਬਤ ਦੇ ਕੋਲ ਬਈਏ ਤੇ ਠੰਡ ਲੱਗੇਗੀ, ਪੱਖੇ ਦੇ ਲਾਗੇ ਬਈਏ ਤੇ ਹਵਾ ਆਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਤੇਰੇ ਕੋਲ ਬਈਏ ਤੇ ਸੁੱਖਾਂ ਦੀ ਹਵਾ ਆਵੇਗੀ। ਤੇਰੇ ਘਰ ਆ ਕੇ ਸੰਗਤ ਵਿੱਚ ਬਈਏ ਤੇ ਸਕੂਨ ਦੀ ਮਹਿਕ ਆਵੇਗੀ।
तेरी संगत विच बईए ते तेरी किरपा दा परछावां ऐसा है जिहदे नाल सारा अंदर ही ठंडा हो जाता। सोए सुनंदड़ी मेरा नाम जपंदड़ी पंद जलंदड़ी मेरा अंदर ठंडा गुरदर्शन। महाराज मेरा अंदर ही ठंडा हो गया तेरे संगत विच तेरे दर्शन करके। हाँ जी और इस तरह करके कहते हैं कि बड़ा जरखेज इलाका है, बड़ा सुंदर इलाका है जिथे ठंडी ठंडी हवा रावी नूं चट के इस नगर नूं आ रही ते इदां लग रहा जिवें चौर कर रही होवे इस नगर नूं। हवा भी सुंदर रूप दे विच हाँ जी और कहते हैं कि जिस वक्त गुरु गरीब नवाज पातशाह दया दे हाँ जी दोबारा पढ़ो जी। कहते एक पासे तो रावी है दूसरे पासे चंद्र भगा कहते चिनाब। पंज दरियावां दी धरती है पंजाब दी, इनू कहते पंज आब। आब कहते पानी नूं ते पंज कहते पंजां नूं। पंज प्लस आब की बन गया पंजाब। पंजां नदियां दी धरत पंजाब दी है जिहड़ी मौत दी हिक ते वसदी है। इको मां पंजाबण जो अणख बदले अपने पुੱਤ मरवा के। पहला पंजाब इकट्ठा सी जदों बाबे दी चादर पाड़ती ना कमलियां ने आपां अद्धी मुसलमान खिंच के लै गए अद्धी आपां लै गए। जिथे चादर पाटी सी उत्थे बॉर्डर बन गया। पहला तो इदा ही सी सीधा ही जा वड़ीदा सी पाकिस्तान उधरों इधर। ये तो बाद विच करोपी होई कि बार्डर बन गया तो तरसदी रह गई दुनिया। अज भी अरदास करी दी है जिन्हां गुरधामां तो खालसा पंथ नूं विछोड़िया गया उन्हां दे खुले दर्शन दी दात बख्शो। ये तां मंग मंगते रहे सिख। हुण तां विचों लांघा खुलिया सी जदों फिर दूर हो गया ननकाणा उदों अरदास विच ये पंक्तियां शामिल कीतियां। महाराज बड़ा जी करदा बड़ा मन तरसदा है तेरी पावन धरती नूं मत्था टेकण वास्ते जिथे मेरे सतगुरु तेरा प्रकाश होया है तेरा आउणा होया है। सो कहंदे एक पासे रावी दूजे पासे चिनाब। ये दो पावन पवित्र नदियां जिहड़ियां उधर रह गईयां हन। कहंदे ओहदे विचों भी बड़ी सुंदर हवा पंक्तियां दे रूप दे विच इस नगरी नूं आ रही है। ये कवि जी बड़े प्यार नाल दर्शा रहे क्योंकि जिथे रब दा प्रकाश होण लगा खुद खुदा होण लगा वो धरती कितनी सुंदर है। और कहते इस तरह करके इंज लग रहा है जिमें बड़ा भारी चौर। ये दो दरिया जिहड़े नदियां रावी ते चिनाब इहदी मिठी मिठी पानी दी महक दे उत्तरों दी हवा जिहड़ी चौर कर रही है। और कवि जी कहते बड़ी वड्डी महिमा है सतगुरु महाराज सच्चे पातशाह दी अवतार कथा दी। क्योंकि जिस जगह ते सफाई होवे उत्थे बहन नूं भी जी करदा। जिथे सकून मिले उत्थे बंदा बहिंदा भी। जिथे गंदगी उत्थे कित्थों मन लगना। हुण अपने अंदर ते गंदगी आ कि आपां 24 घंटे माड़ा खाने माड़ा सुनते माड़ा वेहने आ। इन्ना क बुरा हाल अपने अंदर दा हो गया ताइयों नहीं कोई बह के खुश संगत विच। पहली गल को मत्था टेकण नहीं आउंदा जे आ भी जावे तो 15 मिनट तो वध नहीं पैंदा 5 मिनट तो वध क्योंकि उहनूं काहली पैंदी है। वो तो बहाने मारदा भी सरदा नहीं काम करना। विचों गल तो यह हुंदी है भी इन्ना रस नहीं आउण दिया ते रस तो बिना मित्रों ब्याह नहीं जे जांदा किसी को। जे ब्याह दे विच जदों गाउण गाउंदियां भैणां ते जिहड़ी भैन नूं खुशी ना होवे ब्याह दी वो कदे गाउण नहीं कढ सकदी। वो 2 मिनट कढूगी मुरदी जी एक ते उठ के चल जूगी। कई बार आपां कहीदा भैणे चल चले तैनूं खुशी नहीं है वो बह जा 2 मिनट होर पतासे 2 दे दांगे। ते किसी ने क्या प्रोफैसर सतवीर सिंह कहंदा पुराना समा चलो हुण ते बच्चे इदां दे तुहानूं मौका ही नहीं दिंदे गाउण दा। हाँ जी वो कहंदे पतासे लियाओगे चादरां विछाओगे गाउण गाओगे इन्ने वक्त करोगे असीं आपे ही करा लेना। आखो सतनाम। पता ही उदों लगदा जिद्दां कल मैं वचन कीता भी बच्ची अमृत छक के घरे आ गई ते आके कहंदी वाहिगुरू जी का खालसा वाहिगुरू जी की
तो कहते अज के बच्चे भी विआह करा के बूहे च आके कहते मम्मा आ गए हैं बस आ जाओ लै पानी पूनी तेल तूल। तो उस वेले माँ प्यो तेल तो लिया पर वो तेल चोण वास्ते नहीं अग लाने वास्ते है। भी मर जाओ असी तो चाह करते रह गए भी कार्ड ते ना लिखाने है बाबे नूं सदना पाठ कराउणा तुसी मर जाओ सब कुछ पहले ही कर लिया। ये गल सच्ची है जो माँ प्यो दियां सीसां गुरु ग्रंथ साहिब का प्यार नहीं मिलिया तो सुख सवाह मिलना। महाराज सच्चे पातशाह मेहर करन। प्रोफैसर सतवीर सिंह कहते मैं छोटा जिहा सी अपनी माँ दे नाल किसी दे घर गाउण गया तो मेरी माँ ने बड़ा सोहना गाया उच्ची उच्ची गाया भैणां भी गाउंदियां रहियां ते जदों असीं आए ते जिन्हां दे घर गाया सी उन्हां ने सानूं बुक भर के पतासे दिते ते मेरे मन दे विच सवाल आया मना किसी दे घर गाया है ते इन्हां ने झोली पतासियां ना भरती जे किते कोई गुरु नानक दे घर गावे ते महाराज ना झोली भरनगे। इस करके संगते किसी दे घर गाया ते घर वाला खुश हो के उन्हें कपड़े दिते शगन दिता पतासे दिते चाह पानी दिता भैनों जी आया कल नूं फिर आयो। ते जे एक आम इंसान इन्ना कोई दिंदा ते गुरु अर्जन साहब देणगे ना कुछ। जिहदे घर तुसी रोज़ आके अज दिने भी भैणां सुखमनी साहब पढ़दियां विचारियां भावें 7-8 ने जिन्नी जोगे प्यार दी खेड है जिहड़ा गुरु वास्ते गाउंदा उहनूं रब बहुत कोई दिंदा। टाइम लग सकता है। सब तो वड्डी गल यह महाराज ने कहा तू गाउणा ना छड्डी जिदन तेनों लोग छड्ड जाणगे उदन मैं तेरी बाण नहीं छड्डदा। तो छड्डना हैगा आपां नूं लोकां ने घर दे जम्मिया ने छड्डना है पर उदन मुल पैना जिहड़ा चौंकड़ा मार के इत्थे बह जाने ना आके आस जी तक के महाराज कहंदे गावो गावो री दुल्हनी मंगल चारा मेरे गृह आए राजा कहंदे मैं तो गाई जाना क्यों गाना अज मेरे घर मेरा प्यारा आया है। हाँ जी कहंदे ये नदियां दा पानी जदों खेतां नूं लगदा है तो वह खेती जिहड़ी बहुत सुंदर हो जाती है। अजिहे इलाके विच फसल हुंदी जिथे इन्नी रहमत होवे उत्थे कदे काल नहीं पै सकदा। भाई बाला जी कहंदे ये धरती इदां दी जिथे गुरु नानक साहब ने प्रकाश धारना उत्थे कदे काल नहीं पिया। उत्थे अन्न धन दे खुले गप्फे ही वरतदे रहे। वैसे भी जिथे गुरु नानक दा नां आ जे उत्थे कदे घाट नहीं पैंदी। सो महाराज सच्चे पातशाह की बड़ी प्यारी कथा चल रही समा संपूर्ण है। कल के दीवान विच इत्थों ही अगे ये कवि जी धरती के बारे लिख रहे हैं। ये पहला धरती की कथा चली है तो हुण महाराज का प्रकाश किद्दां होना है उहदी आ जानी कथा क्योंकि बड़ी मेहनत की भाई साहब ने क्योंकि गुरु ग्रंथ साहब घरे लियाने हुण तां पहला कित्थों शुरू करीदा विछाई तो कमरा धोईदा विछाई करीदी चंदोआ लाईदा फिर आपां महाराज लियाईदा। इदां कवि जी ने इन्नी मेहनत नाल ग्रंथ लिखिया है कि पहला वो धरती के बारे दसना फिर बाबा नानक जी का परिवार जिहड़ा ਉਹਦੀ दादी दादा वो सारी फैमिली के बारे जिक्र होना फिर माता त्रिवता बारे जिक्र होना तो फिर मेरे नानक के दर्शन हो जाने हैं। एक बेनती मैं करा जिदन गुरु नानक साहब के दर्शन होने ना उस दिन सारी संगत ने नाल फुलों की वर्खा करनी महाराज ते क्योंकि वड्डियां भागां ने सीसां मिलदियां हन। ये लड़ीवार कथा है इसी तरह रस बजना है प्रेम दे नाल आपां पता लग जाना। एक दिन पहला तुहानूं बेनती कर दांगे सारी संगत ने इस तरह ही महाराज साहब जी नूं अज भी हाजिर समझ के ये बख्शिश नूं प्राप्त करना है। सो महाराज साहब जी आप संगतां दी सेवा हाजरी थाए पाउण प्रेम मुहब्बत नितनेम दीयां दातां बख्शिश करना। आओ 2-4 मिनट जुड़ो जी। वाहिगुरू 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 वाहिगुरू
ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ